ਸ਼ਮਾਦਾਨ। ਦੇਸ਼ ਵਿਦੇਸ਼ ਵਿੱਚ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅੱਜ ਦਿਨ ਹੈ ਜੀ ਸੋਮਵਾਰ ਅਤੇ ਮਈ ਮਹੀਨੇ ਦੀ 29 ਤਰੀਕ ਹੈ ਜੀ, ਅਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ ਜੀ। ਅਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਅਤੇ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਆਇਲਟਸ ਕੇਸਾਂ ਦੇ ਮਾਹਰ, ਸਿੱਖ ਅਸਾਈਲਮ ਕੇਸਾਂ ਦੇ ਮਾਹਰ ਸੀਨੀਅਰ ਅਟਾਰਨੀ ਐਮੀ ਜੈਲ, ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜੈਲ ਐਂਡ ਜੈਲ ਲਾਅ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਹਨ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜੈਲ ਐਂਡ ਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਨਾਲ 7186121188 'ਤੇ ਸੰਪਰਕ ਕਰ ਸਕਦੇ ਹੋ, ਜਾਂ ਫਿਰ ਆਫਿਸ ਫੋਨ ਨੰਬਰ 2126192859 'ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਵਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। 2069415454। ਬੁੱਕਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ ਤੁਸੀਂ ਸੰਪਰਕ ਸਥਾਪਿਤ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 2535208886 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਇਹਨਾਂ ਦਾ ਪਤਾ 24915 104 ਐਵੀਨਿਊ, ਸਾਊਥ ਈਸਟ ਕੈਂਟ, ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰਿਫਰੈਸ਼ ਟਰੈਵਲ ਪਲਾਜ਼ਾ ਅਤੇ ਰੀਫਿਊਲ ਕਾਰਡ ਨਾ ਹੋਣ ਦਾ ਬਾਵਜੂਦ ਵੀ ਤੁਸੀਂ ਟਰੱਕਰਜ਼ ਲਈ ਵੱਡੀ ਰਿਬੇਟ ਜਿਹੜੀ ਆ ਉਹ ਮਿਲਦੀ ਹੈ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਕ ਉਹਨਾਂ ਨੂੰ ਫੋਨ ਕਰ ਸਕਦੇ ਹੋ 5599034627 'ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 1447 ਐਵੀਨਿਊ। ਸੀਐਟਲ ਜਾਂ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 2532666924। ਸਕਿਨ, ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮਿਓਪੈਥੀ ਦੇ ਡਾਕਟਰ ਹਰਮਿੰਦਰ ਨਾਲ 4087377100 'ਤੇ ਅਪਾਰਟਮੈਂਟ ਬਣਾ ਸਕਦੇ ਹੋ। ਇਹ ਫੋਨ 'ਤੇ ਹੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਅਤੇ ਤੁਹਾਡੇ ਘਰ ਦਵਾਈ ਵੀ ਭੇਜ ਦਿੰਦੇ ਨੇ। ਅਤੇ ਦੋਸਤੋ, ਸ਼ਮਾਦਾਨ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ। ਸ਼ਿਵਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ੁਕਰੀਆ ਜੀ ਬਰਾੜ ਸਾਹਿਬ, ਮਿਹਰਬਾਨੀ ਜੀ। ਸ਼ਿਵਿੰਦਰ ਜੀ, 2 ਘਟਨਾਵਾਂ ਘਟਦੀਆਂ ਨੇ ਕੱਲ੍ਹ, ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬੜੇ ਸਵਾਲ ਜਿਹੜੇ ਆ ਪਿੱਛੇ ਛੱਡ ਦਿੰਦੀਆਂ ਨੇ। ਪਹਿਲੀ ਘਟਨਾ ਜਿਹੜੀ ਆਪਾਂ ਜਾਣਦੇ ਹਾਂ ਕਿ ਨਵਾਂ ਸੰਸਦ ਭਵਨ ਜਿਹੜਾ ਹੈਗਾ ਉਹਦਾ ਉਦਘਾਟਨ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ। ਇਸ ਪਹਿਲੀ ਘਟਨਾ 'ਤੇ ਜੇਕਰ ਚਰਚਾ ਕਰੀਏ ਤਾਂ ਇਸ ਘਟਨਾ ਦੇ ਵਿੱਚ ਪਹਿਲਾ ਹੀ ਸਵਾਲ ਇਹ ਬਣਦਾ ਕਿ ਇਹਦਾ ਕੀ ਮਹੱਤਵ ਤੁਹਾਨੂੰ ਲੱਗਦਾ ਭਵਿੱਖ ਦੀ ਰਾਜਨੀਤੀ ਦੇ ਵਿੱਚ, ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨਵਾਂ ਸੰਸਦ ਭਵਨ ਕਿਵੇਂ ਗੂੰਜ ਰਿਹਾ ਜੀ? ਅੱਜ ਬਹੁਤ ਸਾਰੇ ਅਖਬਾਰਾਂ ਨੇ ਬਰਾੜ ਸਾਹਿਬ ਇਹਨੂੰ ਪ੍ਰਮੁੱਖ ਖਬਰ ਬਣਾਇਆ ਹੋਇਆ ਤੇ ਹਰੇਕ ਨੇ ਆਪਣੇ ਆਪਣੇ ਢੰਗ ਨਾਲ ਖਬਰ ਦਾ ਹੈਡਿੰਗ ਲਾਇਆ। ਜਿਹੜਾ ਮੈਨੂੰ ਦਿਲਚਸਪ ਲੱਗਿਆ ਹੈਡਿੰਗ ਉਹ ਹੈਗਾ ਭਾਰਤ ਦਾ ਇੱਕ ਅਖਬਾਰ ਹੈ ਟੈਲੀਗ੍ਰਾਫ ਜੀ। ਟੈਲੀਗ੍ਰਾਫ ਨੇ ਜਿਹੜਾ ਅੱਜ ਹੈਡਿੰਗ ਲਾਇਆ ਉਹ ਬੜਾ ਕਮਾਲ ਆ। ਉਹਨੇ ਹੈਡਿੰਗ ਸਿਰਫ ਇੰਨਾ ਹੀ ਲਿਖਿਆ ਕਿ 2023 BC ਜੀ
ਮਤਲਬ ਵੀ ਇਹ ਜਿਹੜਾ ਈਸਵੀ ਪੂਰਬ ਵੱਲ ਚਲੇ ਗਏ ਤੁਸੀਂ 2023, ਮਤਲਬ ਸਨ 2023 ਨਹੀਂ ਲਿਖਿਆ ਉਹਨੇ, ਪਾਰਲੀਮੈਂਟ 2023 ਨਹੀਂ ਲਿਖਿਆ ਉਹਨੇ ਲਿਖਿਆ ਸਨ 2023 BC ਜੀ। ਤੇ ਇਹਦਾ ਮਤਲਬ ਇਹ ਹੈਗਾ, ਉਹ ਆਪਣੇ ਆਪ ਦੇ ਵਿੱਚ ਇਹ ਹੈਡਿੰਗ ਜਿਹੜਾ ਹੈਗਾ ਇੰਟਰਸਟਿੰਗ ਸੀ, ਕਾਫੀ ਕੁਝ ਬਿਆਨ ਕਰਦਾ ਸੀ ਜੀ। ਕੱਲ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ। ਇਹਦੇ ਵਿੱਚ ਨਵੀਂ ਇਮਾਰਤ ਨੂੰ ਦੇਸ਼ ਦੀ ਜਿਹੜੀ ਹੈ ਵਿਕਾਸ ਯਾਤਰਾ ਦੱਸਦੀ ਵੀ ਪਲ ਦੱਸਿਆ ਜੀ। ਰਾਸ਼ਟਰਪਤੀ ਉਪ ਰਾਸ਼ਟਰਪਤੀ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ ਕੀਤਾ ਗਿਆ, ਪਰ ਉੱਥੇ ਉਹ ਹਾਜ਼ਰ ਨਹੀਂ ਸੀਗੇ ਰਹੇ, ਆਪਾਂ ਨੂੰ ਪਤਾ ਜੀ। ਤੇ ਧਾਰਮਿਕ ਰਹੁ ਰੀਤਾਂ ਨਾਲ ਇਤਿਹਾਸਕ ਰਾਜਦੰਡ ਜਿਹੜਾ ਹੈਗਾ ਵਾ ਸਿੰਗੋਲ, ਉਹ ਲੋਕ ਸਭਾ ਦੇ ਵਿੱਚ ਸਥਾਪਿਤ ਕੀਤਾ ਗਿਆ ਜੀ। ਤੇ ਦੱਸਿਆ ਗਿਆ ਜੀ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੇ, ਉਹਦੇ ਸੁਪਨਿਆਂ ਦਾ ਇਹ ਬਿੰਬ ਹੈਗਾ। ਤੇ ਆਉਂਦੇ ਸਮੇਂ ਜਿਹੜੀ ਹੱਦਬੰਦੀ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਜੀ। ਤੇ ਕੁਝ ਲੋਕ ਪੰਜਾਬ 'ਚੋਂ ਵੀ ਅੰਦਾਜ਼ੇ ਲਾਉਣ ਲੱਗੇ ਨੇ ਵੀ ਲੋਕ ਸਭਾ ਦੀਆਂ 13 ਸੀਟਾਂ ਤੋਂ 15 ਹੋਣਗੀਆਂ ਕਿ 20 ਹੋਣਗੀਆਂ। ਤੇ ਲੋਕਤੰਤਰੀ ਇਮਾਰਤਾਂ ਦੇ ਵਿੱਚੋਂ ਜਿਹੜਾ ਹੈਗਾ ਨਹੀਂ, ਬਲਕਿ ਲੋਕਾਂ ਦੀ ਆਵਾਜ਼ ਦੇ ਵਿੱਚੋਂ ਚੱਲਦਾ। ਵਿਰੋਧੀ ਪਾਰਟੀਆਂ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ। ਸੋ ਕੁੱਲ ਮਿਲਾ ਕੇ ਜਿਹੜੀ ਕੱਲ ਕਹਾਣੀ ਸੀ, ਕੱਲ ਦ੍ਰਿਸ਼ ਸੀਗਾ, ਉਹ ਆਪਣੇ ਆਪ ਸਵਾਲ ਬੜੇ ਖੜੇ ਕਰਦਾ। ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਇਹ ਇਮਾਰਤ ਦੀ ਉਸਾਰੀ ਨੂੰ ਲੈ ਕੇ ਕਈ ਸਾਰੇ ਸਵਾਲ ਨੇ। ਉਹ ਕਿਵੇਂ ਹੈਗੇ ਨੇ ਕਿ ਜਦੋਂ ਇਹਦਾ ਐਲਾਨ ਕੀਤਾ ਗਿਆ ਸੀ ਵੀ ਇੱਥੇ ਇੱਕ ਇਮਾਰਤ ਇਸ ਤਰ੍ਹਾਂ ਦੀ ਬਣੂਗੀ, ਇਹ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਇਹਦੇ ਲਈ ਫੰਡ ਰੱਖਿਆ ਸੀ ਤੇ ਉਹ ਅਲੱਗ-ਅਲੱਗ ਉਸ ਸਮੇਂ ਬੀਜੇਪੀ ਵਾਲੇ ਡਾਟਾ ਦੱਸਦੇ ਸੀ ਵੀ 20,000 ਕਰੋੜ ਰੁਪਈਆ ਕਹਿ ਰਹੇ ਸੀਗੇ ਤੇ ਬਾਅਦ ਵਿੱਚ ਇਹ 9200 ਕੁਛ ਹੋ ਗਿਆ। ਹੁਣ ਉਹਦੀ ਕਲੈਰਿਟੀ ਅਜੇ ਤੱਕ ਨਹੀਂ ਹੈ ਕਿਉਂਕਿ ਮੀਡੀਆ ਹੁਣ 9200 ਵਾਲੀ ਗੱਲ ਕਹਿ ਰਿਹਾ ਹੈਗਾ ਪਹਿਲਾਂ, ਲੇਕਿਨ 20,000 ਕਰੋੜ ਵਾਲੀ ਵੀ ਆਉਂਦੀ ਰਹੀ ਹੈ। ਤੇ ਚਾਹੇ 9200 ਵਾਲਾ ਵੀ ਕੋਈ ਛੋਟਾ ਨਹੀਂ ਹੁੰਦਾ ਹੈਗਾ ਰਾਸ਼ੀ, ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕਰੋਨਾ ਵਿੱਚ ਜਦੋਂ ਪੂਰੇ ਮੁਲਕ ਦੀ ਅਰਥ ਵਿਵਸਥਾ ਗਿਰ ਚੁੱਕੀ ਸੀਗੀ, ਬੁਰਾ ਹਾਲ ਹੋ ਚੁੱਕਾ ਸੀ, ਲੱਕ ਟੁੱਟ ਚੁੱਕਾ ਸੀਗਾ, ਸਾਡੀ ਜਿਹੜੀ ਆਰਥਿਕ ਤੌਰ ਦੇ ਉੱਤੇ ਬੜਾ ਨੁਕਸਾਨ ਹੋਇਆ। ਸਰਕਾਰ ਨੇ ਖੁਦ ਮੰਨਿਆ ਕਿ ਜੇ ਇਹੀ ਪੀਰੀਅਡ ਦੇ ਵਿੱਚ ਹੀ ਜਿਹੜਾ 50 ਲੱਖ ਤੋਂ ਉੱਪਰ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸੀਗੀਆਂ ਜੀ। ਕਰੋਨਾ ਵਾਲੇ ਪੀਰੀਅਡ ਵਿੱਚ ਤਾਂ ਜ਼ਿਆਦਾ ਸੀ, ਕਰੋਨਾ ਤੋਂ ਥੋੜਾ ਜਿਹਾ ਪਹਿਲਾਂ ਵਾਲੇ ਪੀਰੀਅਡ ਦੀ ਗੱਲ ਕਰਦਾ ਮੈਂ ਜੀ। ਉਦੋਂ ਬਾਅਦ ਲੱਗਦਾ ਇਹਨਾਂ ਨੇ ਕਰੋਨਾ ਵਾਲੇ ਪਹਿਲਾਂ ਨੇ ਕੋਈ ਅੰਕੜਾ ਰੱਖਿਆ ਹੀ ਨਹੀਂ ਨਾ ਜੀ ਵੀ ਕੀ ਬਣਿਆ ਕੀ ਨਹੀਂ ਬਣਿਆ। ਅੱਛਾ, ਉਸ ਤੋਂ ਬਾਅਦ ਵਿੱਚ ਜਿਹੜੇ ਕਰੋਨਾ ਦਾ ਨੇ ਹੋਰ ਡਬਲ ਨੁਕਸਾਨ ਕੀਤਾ ਕਿਉਂਕਿ ਨੋਟਬੰਦੀ ਵਾਲਾ ਨੁਕਸਾਨ, ਉਸ ਤੋਂ ਬਾਅਦ ਕਰੋਨਾ ਵਾਲਾ ਨੁਕਸਾਨ। ਉਹਦੇ ਵਿੱਚ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਇੰਨਾ ਵੱਡੀ ਰਾਸ਼ੀ ਜਿਹੜੀ ਹੈਗੀ ਹੈ ਉਹ ਲਾ ਰਹੀ ਹੈ। ਫਿਰ ਉਹਦਾ ਜਿਹੜਾ ਟੈਂਡਰ ਦੇਣਾ, ਠੇਕਾ ਦੇਣਾ, ਉਹਦੇ ਵਿੱਚ ਵੀ ਸਵਾਲ ਖੜੇ ਹੁੰਦੇ ਰਹੇ ਨੇ। ਚਲੋ ਜੀ, ਉਹ ਵੀ ਹੋ ਗਿਆ। ਫਿਰ ਜਿਸ ਤਰ੍ਹਾਂ ਦੀ ਇਹ ਜਿਹੜੀ ਇਮਾਰਤ ਆ ਉਹਦਾ ਉਦੋਂ ਸ਼ਿਲਾਨਿਆਸ ਕੀਤਾ ਗਿਆ, ਜਿਹਨੂੰ ਆਪਾਂ ਕਹਿੰਦੇ ਨੀਂਹ ਪੱਥਰ ਰੱਖਿਆ ਗਿਆ ਜੀ, ਉਹਦੇ ਵਿੱਚ ਸਵਾਲ ਸੀਗਾ ਵੀ ਉਦੋਂ ਹੀ ਜਾ ਕੇ ਪ੍ਰਧਾਨ ਮੰਤਰੀ ਨੇ ਕਰ ਲਿਆ। ਇੱਕ ਤਾਂ ਇਹ ਕੰਸਟੀਟਿਊਸ਼ਨਲੀ ਜਿਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਦੱਸ ਰਹੀਆਂ ਨੇ ਉਹਦੇ ਵਿੱਚ ਵੀ ਵਜਨ ਹੈ ਕਿਉਂਕਿ ਜਿਵੇਂ ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਤੁਹਾਡੇ ਨਾਲ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਹੈਗਾ ਸੰਵਿਧਾਨਕ ਤੌਰ ਦੇ ਉੱਤੇ ਜੇ ਆਪਾਂ ਸੰਸਦ ਦੀ ਗੱਲ ਕਰੀਏ, ਸੰਸਦ ਦਾ ਮੇਨ ਜਿਹੜਾ ਕਰਤਾ ਧਰਤਾ ਵਾ ਉਹ ਰਾਸ਼ਟਰਪਤੀ ਹੈ ਕਾਗਜ਼ਾਂ ਦੇ ਵਿੱਚ। ਪ੍ਰਧਾਨ ਮੰਤਰੀ ਦੀ ਆਪਣੀ ਕੋਈ ਹੈਸੀਅਤ ਨਹੀਂ ਹੈਗੀ ਜੀ ਉਹਦੇ ਵਿੱਚ। ਇਸੇ ਕਰਕੇ ਸੰਸਦ ਦੇ ਜਿਹੜੇ ਦੋਵੇਂ ਸਦਨਾਂ ਨੂੰ ਆਪਣਾ ਰਾਸ਼ਟਰਪਤੀ ਸੰਬੋਧਨ ਕਰਦਾ ਹੁੰਦਾ, ਰਾਸ਼ਟਰਪਤੀ ਮੇਨ ਹੈ ਤੇ ਰਾਸ਼ਟਰਪਤੀ ਇਹਦੇ ਵਿੱਚੋਂ ਮਹਿਰੂਮ ਰਿਹਾ। ਤੇ ਇਹਦੇ ਨਾਲ ਦੀ ਨਾਲ ਹੀ ਬਹੁਤ, ਕਿਉਂਕਿ ਰਾਸ਼ਟਰਪਤੀ ਆਪਾਂ ਨੂੰ ਪਤਾ ਵੀ ਆਦੀਵਾਸੀ ਭਾਈਚਾਰੇ ਚੋਂ ਆਉਂਦਾ ਜਾਂ ਦਲਿਤ ਭਾਈਚਾਰੇ ਚੋਂ ਆਉਂਦੇ ਨੇ, ਇਸ ਕਰਕੇ ਬਹੁਤ ਸਾਰੇ ਦਲਿਤਾਂ ਸੰਗਠਨਾਂ ਵੱਲੋਂ ਵੀ ਇਹ ਇੱਕ ਗੱਲ ਉਭਾਰੀ ਗਈ ਹੈ ਕਿ ਦੇਖੋ ਜਦੋਂ ਨੀਂਹ ਪੱਥਰ ਰੱਖਣਾ ਸੀ ਉਦੋਂ ਦਲਿਤ ਰਾਸ਼ਟਰਪਤੀ ਸੀਗੇ ਰਾਮਨਾਥ ਕੋਵਿੰਦ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਬਾਹਰ ਕੱਢ ਦਿੱਤਾ ਗਿਆ। ਜਦੋਂ ਹੁਣ ਆਦੀਵਾਸੀ ਰਾਸ਼ਟਰਪਤੀ ਹੈਗੀ ਆ ਉਹਨੂੰ ਵੀ ਬਾਹਰ ਭੇਜ ਦਿੱਤਾ ਗਿਆ ਵੀ ਚਲੋ ਤੂੰ ਕਿਤੇ ਹੋਰ ਜਾਇਆ ਮੁਲਕ ਦੇ ਵਿੱਚ ਹੀ, ਤੇ ਉਹਨਾਂ ਨੂੰ ਵੀ ਇਹਦੇ ਤੋਂ ਦੂਰ ਰੱਖਿਆ ਗਿਆ। ਇੱਕ ਤਾਂ ਇਹ ਇੱਕ ਸਵੈ ਵਿਅਕਤੀਵਾਦੀ ਜਿਹੜਾ ਹੈਗਾ ਅਪਰੋਚ ਵਾਲੀ ਗੱਲ ਹੋ ਜਾਂਦੀ ਹੈ ਜੀ। ਤੇ ਅੱਛਾ, ਦੂਜਾ ਹੁਣ ਤੁਸੀਂ ਚਲੋ ਸੰਸਦ ਦਾ ਫਿਰ ਉਦਘਾਟਨ ਰੱਖ ਰਹੇ ਹੋ, ਉਹਦੇ ਵਿੱਚ ਤੁਸੀਂ ਕਿਹੜੀਆਂ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਰਹੇ ਹੋ। ਇੱਕ ਤਾਂ ਜਿਵੇਂ ਜਿਹੜਾ ਇਹ ਸਿੰਗੋਲ ਆ ਜਿਹੜਾ, ਹੁਣ ਸਿੰਗੋਲ ਆਪਣੇ ਆਪ ਦੇ ਵਿੱਚ ਰਾਜਾਸ਼ਾਹੀ ਦਾ ਪ੍ਰਤੀਕ ਆ। ਇਹਦੇ ਬਾਰੇ ਇਹਨਾਂ ਨੇ ਗੱਪ ਬਹੁਤ ਮਾਰੇ ਨੇ ਜੀ। ਇਹ ਤਮਿਲਨਾਡੂ ਦੇ ਵੱਲੋਂ ਜਿਹੜਾ ਹੈਗਾ, ਤਮਿਲਨਾਡੂ ਸੂਬੇ ਵਿੱਚ ਜਦੋਂ 47 ਦੇ ਵਿੱਚ ਸੱਤਾ ਦਾ ਤਬਦੀਲੀ ਹੋਈ ਤਾਂ ਇਹ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਸੀਗਾ, ਇਸ ਲਈ ਦਿੱਤਾ ਗਿਆ ਸੀਗਾ ਵੀ ਇਹ ਸਾਡੀ ਜਿਹੜੀ ਸੱਤਾ ਦਾ ਪ੍ਰਤੀਕ ਹੈਗਾ। ਪਹਿਲੀ ਗੱਲ ਤਾਂ ਹੈਗਾ ਕਿ ਕਾਗਜ਼ੀ ਤੌਰ ਦੇ ਉੱਤੇ, ਸੰਵਿਧਾਨਕ ਤੌਰ ਦੇ ਉੱਤੇ, ਕੋਈ ਆਫੀਸ਼ੀਅਲੀ ਤੌਰ ਤੇ ਨਹੀਂ ਦਿੱਤਾ ਗਿਆ ਜੀ।
ਇੱਕ ਫੋਟੋ ਆਈ ਹੈ, ਫੋਟੋ ਦੇ ਵਿੱਚ ਨਹਿਰੂ ਸਾਹਿਬ ਸ਼ਾਇਦ ਆਪਦੇ ਪਤਾ ਨਹੀਂ ਘਰੇ ਹੀ ਖੜੇ ਹੋਣਗੇ, ਟੋਪੀ ਵੀ ਨਹੀਂ ਲਈ ਹੋਈ ਸੀ। ਜਦੋਂ ਟੋਪੀ ਨਹੀਂ ਲਈ ਹੋਈ ਮਤਲਬ ਉਹ ਆਮ ਮੁਦਰਾ ਦੇ ਵਿੱਚ ਖੜੇ ਹੈਗੇ ਨੇ। ਉਦੋਂ ਕੁਝ ਜਿਹੜੇ ਪੰਡਤ ਆ ਉਹਨੂੰ ਉਸ ਤਰ੍ਹਾਂ ਦੇ ਜਿਹੜਾ ਹੈਗਾ ਉਹ ਇਹ ਸਿੰਬਲ ਫੜਾਉਂਦੇ ਨੇ, ਤੇ ਉਹਨਾਂ ਨੇ ਵੀ ਇਹਨੂੰ ਕੋਈ ਤਰਜੀਹ ਨਹੀਂ ਦਿੱਤੀ, ਜਾ ਕੇ ਉਹਨਾਂ ਨੇ ਇੱਕ ਇਹਨੂੰ ਅਜਾਇਬ ਘਰ ਦੇ ਵਿੱਚ ਰੱਖ ਦਿੱਤਾ ਸੀਗਾ। ਤੇ ਦੂਜੀ ਚੀਜ਼ ਹੈਗੀ ਆ ਕਿ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਮਿੱਥਾਂ ਪ੍ਰਚਲਿਤ ਕਰਤੀਆਂ ਆਪਦੇ ਵੱਲੋਂ, ਜਿਹਦੇ ਬਾਰੇ ਕਿ 1-2 ਆਰਟੀਕਲ ਵੀ ਆ ਚੁੱਕਿਆ ਵੀ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈਗਾ। ਬੇਸਿਕਲੀ ਇਹ ਦੱਸਣਾ ਚਾਹੁੰਦੇ ਨੇ ਵੀ ਇਹ ਜਿਹੜਾ ਸਿੰਗੋਲ ਹੈ ਇਹ ਵੀ ਫਲਾਣੇ ਰਾਜ ਘਰਾਣੇ ਦਾ ਫਲਾਣੇ ਦਾ ਪ੍ਰਤੀਕ ਸੀਗਾ। ਇੱਕ ਤਾਂ ਹੁਣ ਸਵਾਲ ਇਹ ਹੈਗਾ ਕਿ ਜਿਹੜੀ ਸੰਸਦ ਹੈ, ਸੰਸਦ ਲੋਕਤੰਤਰ ਦਾ ਚਿੰਨ੍ਹ ਹੁੰਦੀ ਹੈਗੀ ਆ। ਕੀ ਲੋਕਤੰਤਰ ਜਿਹੜਾ ਹੈਗਾ ਵਾ ਜਿਹਦੇ ਵਿੱਚ ਜਿਹੜਾ ਕਿ ਰਾਜਾਸ਼ਾਹੀ ਤੋਂ ਬਾਅਦ ਵਾਲੀਆਂ ਕਿਤੇ ਅਗਲੀਆਂ ਵੱਡੀਆਂ ਸਟੇਜਾਂ ਦੇ ਵਿੱਚ ਆ, ਉੱਥੋਂ ਸਰ ਕਰਨ ਤੋਂ ਬਾਅਦ ਕੀ ਲੋਕਤੰਤਰ ਦੇ ਵਿੱਚ ਇਹ ਰਾਜਾਸ਼ਾਹੀ ਦਾ ਚਿੰਨ੍ਹ ਤੁਸੀਂ ਵਿਰਾਜਮਾਨ ਰੱਖੋਗੇ? ਜਿਹੜਾ ਕਿ ਰਾਜਦੰਡ ਜਿਹੜਾ ਇਹ ਹੈਗਾ ਇਤਿਹਾਸਕ ਰਾਜਦੰਡ ਜਿਹਨੂੰ ਤੁਸੀਂ ਕਹਿ ਰਹੇ ਹੈਗੇ ਹੋ, ਇੱਕ ਤਾਂ ਇਹੀ ਚੀਜ਼ ਹੈ। ਦੂਜਾ, ਕੱਲ ਜਿਵੇਂ ਸੰਸਦ ਦੇ ਵਿੱਚ ਕਈ ਸਾਰੇ ਉੱਚ ਜਾਤੀ ਦੇ ਬ੍ਰਾਹਮਣ ਇਕੱਠੇ ਕੀਤੇ, ਉਹਨਾਂ ਨੇ ਆ ਕੇ ਜਿਵੇਂ ਪ੍ਰਧਾਨ ਮੰਤਰੀ ਨਤਮਸਤਕ ਹੁੰਦਾ, ਜਿਵੇਂ ਉਹਨਾਂ ਨੂੰ ਬਿਠਾਇਆ ਗਿਆ, ਇਹ ਸਾਰਾ ਕੁਝ ਕੀ ਹੈ? ਇਹ ਮੁਲਕ ਦੇ ਜਿਹੜੇ ਸੈਕੂਲਰ ਕਲਚਰ ਦੇ ਤਾਂ ਉਲਟ ਹੈਗਾ। ਇਹ ਮੁਲਕ ਦੀ ਜਿਹੜੀ ਸੈਕੂਲਰ ਬੁਨਿਆਦ ਹੈ ਜਿਹੜੀ ਉਹਨੂੰ ਢਹਿ ਢੇਰੀ ਵਾਲੀ ਗੱਲ ਹੋ ਜਾਂਦੀ ਹੈ। ਇਹਦਾ ਮਤਲਬ ਸਾਫ਼ ਹੈ ਕਿ ਜਿਵੇਂ ਜਿਹੜਾ ਤੁਹਾਡਾ ਏਜੰਡਾ ਸੀ, ਕਿਉਂਕਿ ਬੀਜੇਪੀ ਦੇ ਬਹੁਤ ਸਾਰੇ ਲੀਡਰ ਕਹਿੰਦੇ ਰਹੇ ਆ ਕਿ ਅਸੀਂ 2025 ਤੱਕ ਪਹੁੰਚਦੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ। ਕੀ ਤੁਸੀਂ ਉਹਦੀ ਇੱਕ ਤਰ੍ਹਾਂ ਦੀ ਕਵਾਇਦ ਤਾਂ ਨਹੀਂ ਸ਼ੁਰੂ ਕਰ ਰਹੇ? ਹਾਂ, ਕੋਈ ਦਲੀਲ ਦੇ ਸਕਦਾ ਵੀ ਜੀ ਉਦੋਂ ਬਾਅਦ ਵਿੱਚ ਸਰਵ ਧਰਮ ਪ੍ਰਾਰਥਨਾ ਵੀ ਹੋਈ ਹੈ, ਉਹਦੇ ਵਿੱਚ ਕੁਰਾਨ ਦੀਆਂ ਆਇਤਾਂ ਵੀ ਪੜ੍ਹੀਆਂ ਗਈਆਂ, ਪਰ ਸਵਾਲ ਇਹ ਹੈਗਾ ਕਿ ਜੇ ਉਹ ਕਿੰਨੀ ਕੁ ਮੀਡੀਆ 'ਚ ਰਹੀ ਹੈ ਉਹ ਖਬਰ? ਉਹ ਤਾਂ ਬਹੁਤ ਥੋੜੀ ਰਹੀ ਹੈ। ਮੇਨ ਤਾਂ ਜਿਹੜੀ ਰਹੀ ਹੈ ਉਹ ਤਾਂ ਆਹੀ ਇੱਕ ਜਿਹੜੇ ਜਿਸ ਤਰ੍ਹਾਂ ਦੇ ਸਾਧ ਲਾਣਾ ਇਕੱਠਾ ਕੀਤਾ ਹੋਇਆ ਸੀਗਾ ਉਹਦੀ ਹੀ ਰਹੀ ਹੈ, ਉਹਨੂੰ ਪ੍ਰਮੁਖਤਾ ਦਿੱਤੀ ਗਈ ਹੈ। ਕੀ ਉਹ ਮੁਲਕ ਜਿਹਦਾ ਕੰਸਟੀਟਿਊਸ਼ਨ ਇਹ ਵਾਅਦਾ ਕਰਦਾ ਵੀ ਅਸੀਂ ਸਾਰੇ ਲੋਕਾਂ ਨੂੰ ਇੱਕ ਸਮਾਨ ਦੇਖਦੇ ਹਾਂ, ਕੀ ਅਸੀਂ ਜਿਹੜਾ ਹੈਗਾ ਇਹ ਮੁਲਕ ਇੱਕ ਸਮਾਜਵਾਦੀ ਲੋਕਤੰਤਰਿਕ ਮੁਲਕ ਹੈ, ਇਹ ਇੱਕ ਪ੍ਰੋਮਿਸ ਕੀਤਾ ਗਿਆ ਆਪਣੀ ਜਨਤਾ ਨਾਲ, ਤੇ ਉੱਥੇ ਇੱਕ ਧਰਮ ਦੇ ਖਾਸ ਕਰਕੇ ਉਹ ਵੀ ਉੱਚ ਜਾਤੀ ਦੇ ਬ੍ਰਾਹਮਣਾਂ ਨੂੰ ਬਿਠਾ ਦਿੱਤਾ ਜਾਵੇ ਲਿਆ ਕੇ। ਕੀ ਇਹ ਉਹੀ ਤਾਂ ਨਹੀਂ ਜਿਹੜਾ RSS ਦਾ ਆਪਣਾ ਏਜੰਡਾ ਕਿ ਇੱਕ ਬ੍ਰਾਹਮਣਵਾਦੀ ਇੱਕ ਜਿਹੜਾ ਹੈਗਾ ਹਿੰਦੂ ਤਵੀ ਰਾਸ਼ਟਰ, ਉਹ ਜਿਹਦੇ ਵਿੱਚ ਕਿ ਆਮ ਹਿੰਦੂਆਂ ਦੀ ਵੀ ਕੋਈ ਪੁੱਛ ਪ੍ਰਤੀਤ ਨਹੀਂ ਹੋਏਗੀ, ਉਹਨੂੰ ਜਿਹੜਾ ਹੈਗਾ ਅਸੀਂ ਉਭਾਰ ਰਹੇ ਹਾਂ। ਉਹ ਜੇ ਇਹ ਉਹੀ ਅੱਛਾ, ਦੂਜੀ ਸਭ ਤੋਂ ਵੱਡੀ ਚੀਜ਼ ਤੁਸੀਂ ਇਹ ਜਿਹੜੇ ਦਿਨ ਤੇ ਕਰ ਰਹੇ ਹੋ, ਉਹ ਦਿਨ ਤੁਸੀਂ ਸਾਵਰਕਰ ਦਾ ਦਿਨ ਚੁਣਿਆ ਹੈਗਾ। ਸਾਵਰਕਰ ਜਿਹੜਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਇੱਕ ਪ੍ਰੋਬਲਮ ਵਾਲੀ ਪਰਸਨੈਲਿਟੀ ਹੈ। ਉਹ ਪ੍ਰੋਬਲਮ ਕੀ ਹੈ ਕਿ ਤੁਸੀਂ ਤੁਹਾਨੂੰ ਜਿਵੇਂ ਕੱਲ ਪ੍ਰਧਾਨ ਮੰਤਰੀ ਨੇ ਕਿਹਾ ਵੀ ਜਿਹੜਾ ਜੀ ਸਾਵਰਕਰ ਨੂੰ ਨਹੀਂ ਮੰਨਦੇ ਉਹ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਨੇ। ਇਹ ਸਭ ਤੋਂ ਵੱਡੀ ਜਿਹੜੀ ਆਪਣੀ ਇੱਕ ਜਿਹਨੂੰ ਆਪਾਂ ਪੰਜਾਬੀ 'ਚ ਜਬਲੀ ਵੀ ਕਹਿ ਸਕਦੇ ਹਾਂ, ਕਿਉਂਕਿ ਸਾਵਰਕਰ ਹੈ ਜਿਹੜਾ ਸਾਵਰਕਰ ਦਾ ਜੇ ਪੂਰੀ ਹਿਸਟਰੀ ਦੇਖੀ ਜਾਵੇ, ਉਹ ਬਾਅਦ ਵਿੱਚ ਜਿਹੜੀ ਸਿਰਫ ਇੱਕ 1857 ਈਸਵੀ ਦੇ ਵਿਦਰੋਹ ਉੱਤੇ ਕਿਤਾਬ ਲਿਖਣ ਤੋਂ ਬਾਅਦ ਉਹਦੀ ਜਿਹੜੀ ਸਾਰੀ ਭੂਮਿਕਾ ਅੰਗਰੇਜ਼ਾਂ ਤੋਂ ਮਾਫੀ ਮੰਗਣ ਦੀ ਹੈ। ਇੱਕ ਮਾਫੀ ਨਹੀਂ, ਕਈ ਮਾਫੀਨਾਮੇ ਲਿਖੇ ਹੈਗੇ ਨੇ। ਅੱਜ ਤੱਕ RSS ਕੋਈ ਵੀ ਇਹਨੂੰ ਡਿਫੈਂਡ ਨਹੀਂ ਕਰ ਸਕਿਆ। ਈਵਨ ਧਿਰੇਂਦਰ ਕੇ ਝਾ ਵਰਗੇ ਪ੍ਰਸਿੱਧ ਰਾਈਟਰ ਨੇ ਤਾਂ ਇੱਥੋਂ ਤੱਕ ਵੀ ਰਿਸਰਚ ਕੀਤੀ ਹੈ ਕਿ ਜੋ ਨਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀਗਾ, ਉਹਦੇ ਵਿੱਚ ਵੀ ਜਿਹੜਾ ਪੂਰੀ ਤਰ੍ਹਾਂ ਇਹਦਾ ਯੋਗਦਾਨ ਸੀਗਾ ਸਾਵਰਕਰ ਦਾ, ਤੇ ਸਾਵਰਕਰ ਨੇ ਕਿਵੇਂ ਇਹਨੂੰ ਤਿਆਰ ਕੀਤਾ ਸੀ। ਤੇ ਇਹ ਦੂਜੀ ਫਿਰ ਗੱਲ, ਫਿਰ ਜਿਹੜਾ ਸਾਵਰਕਰ ਦੀ ਜੇ ਥਿਊਰੀ ਦੇਖੋ, ਉਹਦੇ ਤਾਂ ਥਿਊਰੀਆਂ 'ਚ ਬਹੁਤ ਸਾਰੀਆਂ ਸਮੱਸਿਆਵਾਂ। ਉਹਦੀਆਂ ਥਿਊਰੀ ਦੇ ਵਿੱਚ ਇਹ ਸਮੱਸਿਆ ਕਿ ਜੇਕਰ ਤੁਸੀਂ ਦੂਜੇ ਧਰਮ ਦੇ ਉੱਤੇ ਕਬਜ਼ਾ ਕਰਨਾ ਤਾਂ ਉਸ ਧਰਮ ਦੀ ਔਰਤ ਨਾਲ ਰੇਪ ਕਰਨਾ ਵੀ ਜਾਇਜ਼ ਹੈ। ਇਹ ਆਪਣੀ ਉਸ ਥਿਊਰੀ 'ਚ ਸਾਵਰਕਰ ਲਿਖਦਾ ਹੈ। ਅੱਛਾ, ਦੂਜੀ ਗੱਲ, ਸਾਵਰਕਰ ਜਾਤ ਪਾਤ, ਇਹ ਅੱਜ ਕੱਲ੍ਹ ਇਹ ਪ੍ਰਚਾਰ ਕਰਨ ਲੱਗੇ ਨੇ ਵੀ ਇਹ ਜਾਤ ਪਾਤ ਦਾ ਵਿਰੋਧੀ ਸੀਗਾ। ਉਹ ਬਿਲਕੁਲ ਵੀ ਨਹੀਂ ਸੀ। ਉਹਨੇ ਇੱਕ ਮਹਾਰਾਸ਼ਟਰ ਦੇ ਵਿੱਚ ਮੰਦਿਰ ਬਣਾਇਆ, ਸਿਰਫ ਦਲਿਤਾਂ ਲਈ ਬਣਾਇਆ ਸੀ। ਉਹਦੇ ਤੇ ਵੀ ਇਹੀ ਸਵਾਲ ਹੈ, ਨਾਂ ਜਿਹੜਾ ਰੱਖਿਆ ਗਿਆ ਸੀਗਾ ਵੀ ਇੱਕ ਹਰੀਜਨ ਜਿਹੜਾ ਪਵਿੱਤਰ ਕਰਕੇ ਹਰੀਜਨ ਪਤਿਤ ਮੰਦਿਰ, ਇਹਦਾ ਮਤਲਬ ਉਹ ਲੋਕ ਇਹ ਕਰਦੇ ਨੇ ਵੀ ਇੱਕ ਤਾਂ ਵੱਖਰਾ ਮੰਦਿਰ ਹੀ ਕਿਉਂ। ਤੇ ਦੂਜੀ ਗੱਲ ਇਹ ਹੈਗੀ, ਉਹ ਕਹਿੰਦੇ ਕਿ ਇਹਨੂੰ ਇਸ ਤਰ੍ਹਾਂ ਰੱਖਿਆ ਗਿਆ ਹੈਗਾ ਵੀ ਜਿਵੇਂ ਇਹ ਹਰੀਜਨਾਂ ਨੂੰ ਖੁਦ ਵੀ ਹਾਲੇ ਵੀ ਉਹ ਪਤਿਤ ਮੰਨ ਰਿਹਾ ਹੈਗਾ, ਹਨਾ। ਤੇ ਜਿਹੜੇ ਸ਼ਬਦ ਵਰਤੇ ਗਏ ਨੇ ਮਹਾਰਾਸ਼ਟਰ ਦੇ ਵਿੱਚ। ਤੇ ਦੂਜੇ ਪਾਸੇ ਜੇ ਅੰਬੇਡਕਰ ਦੇ ਨਾਲ ਉਹਦੇ ਬਹੁਤ ਤਿੱਖੇ ਮਤਭੇਦ ਸੀ, ਜੋ ਕਿ ਅੱਜ ਕੱਲ੍ਹ BJP ਦੱਸਣ ਲੱਗੀ ਹੋਈ ਹੈ ਕਿ ਨਹੀਂ ਜੀ ਉਹ ਅੰਬੇਡਕਰ ਦੇ ਸਪੋਰਟਰ ਸੀਗਾ, ਉਹ ਤਥਾਤਮਕ ਤੌਰ ਤੇ ਗਲਤ ਹੈ। ਨਿਰੰਜਨ ਟਕਲੇ ਵਰਗੇ ਜਿਹੜੇ ਹੈਗੇ ਆ ਇਤਿਹਾਸ ਲੇਖਕਾਂ ਨੇ
ਇਹਦੇ ਬਾਰੇ ਰਿਸਰਚ ਕਰਕੇ ਰੱਖ ਦਿੱਤੀ ਹੈ, ਜਿਨ੍ਹਾਂ ਦਾ ਕੰਮ ਹੈ ਗੌਡਸੇ ਦੇ ਉੱਤੇ। ਸੋ ਇੱਕ ਇਹੋ ਜਿਹੇ ਵਿਅਕਤੀ ਦਾ ਦਿਨ ਮਨਾ ਰਹੇ ਹੋ ਜਿਹਨੇ ਕਿ ਟੂ ਨੇਸ਼ਨ ਥਿਊਰੀ ਦਿੱਤੀ ਹੈ, ਜਿਹੜੀ ਕਿ ਮੁਸਲਮਾਨਾਂ ਬਾਰੇ, ਘੱਟ ਗਿਣਤੀਆਂ ਬਾਰੇ ਬੜੀ ਘਟੀਆ ਸੋਚ ਰੱਖਦਾ। ਤੇ ਇਹ ਆਪਣੇ ਆਪ ਦੇ ਵਿੱਚ ਸਾਰਾ ਬਿਰਤਾਂਤ ਹੈ ਕਿ ਮੁਲਕ ਨੂੰ ਇੱਕ ਖਾਸ ਤਰ੍ਹਾਂ ਦੇ ਵਿਚਾਰਧਾਰਾ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸੇ ਰੂਪ ਦੇ ਵਿੱਚ ਹੀ ਸੰਸਦ ਨੂੰ, ਜਿਵੇਂ ਹੁਣ ਜਿਹੜੇ ਚਿੰਨ੍ਹਾਂ ਦੇ ਨਾਲ ਛੇੜਖਾਨੀਆਂ ਕੀਤੀਆਂ ਗਈਆਂ, ਉਹ ਸਾਰਾ ਕੁਝ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਕਈ 75 ਸਾਲ 76 ਸਾਲ ਪਹਿਲਾਂ ਅਸੀਂ ਇੱਕ ਜਿਹੜਾ ਹੈਗਾ ਆਪਣਾ ਮੁਲਕ ਬਾਰੇ ਤਸੱਵਰ ਕੀਤਾ ਸੀ, ਉਹ ਤੋਂ ਬਿਲਕੁਲ ਹੀ ਉਲਟ ਜਾ ਰਿਹਾ ਹੈਗਾ, ਜਿਹੜਾ ਕਿ ਮੁਲਕ ਦੇ ਭਰਾਤਰੀ ਭਾਵ ਦੇ ਉੱਤੇ ਸੱਟ ਮਾਰਨ ਦੀ ਗੱਲ ਹੈ। ਜੀ ਬਿਲਕੁਲ। ਰਾਹੁਲ ਗਾਂਧੀ ਵੀ ਟਵੀਟ ਕਰਦੇ ਨੇ, ਕੱਲ ਦਾ ਟਵੀਟ ਜਿਹੜਾ ਹੈਗਾ, ਸੰਸਦ ਲੋਕਾਂ ਦੀ ਆਵਾਜ਼ ਆ, ਪ੍ਰਧਾਨ ਮੰਤਰੀ ਸੰਸਦ ਭਵਨ ਦੇ ਉਦਘਾਟਨ ਨੂੰ ਰਾਜ ਅਭਿਸ਼ੇਕ ਸਮਝ ਰਹੇ ਆ। ਇਹ ਕੀ ਦਰਸਾਉਂਦਾ ਇਹਨਾਂ ਦਾ ਟਵੀਟ? ਹੁਣ ਜਿਵੇਂ ਇਹ ਕਹਿ ਰਹੇ ਸੀ ਨਾ ਵੀ ਰਾਜ ਅਭਿਸ਼ੇਕ ਹੋ ਰਿਹਾ ਫਲਾਨਾ, ਇਹ ਸਾਰੇ ਜਿਹੜੇ ਸ਼ਬਦ ਹੈਗੇ ਨੇ, ਇਹ ਸ਼ਬਦ ਤਾਂ ਰਾਜਾਸ਼ਾਹੀ ਦੇ ਪ੍ਰਤੀਕ ਨੇ ਨਾ, ਵੀ ਅਸੀਂ ਰਾਜ ਅਭਿਸ਼ੇਕ ਕਰ ਲਿਆ। ਉਦਾਂ ਹੀ ਉਹ ਰਾਜ ਅਭਿਸ਼ੇਕ ਜਦੋਂ ਹੁੰਦਾ ਤਾਂ ਫਿਰ ਤੁਸੀਂ ਜਿਹੜੇ ਬ੍ਰਾਹਮਣ ਨੂੰ ਬੁਲਾ ਕੇ ਕਰਾਉਣੇ ਹੁੰਦੇ ਹੈਗੇ ਆ, ਉਹ ਸਾਰਾ ਉਹੀ ਤਾਂ ਕੀਤਾ ਹੈਗਾ ਇਹ। ਤੇ ਜਿਹੜਾ ਇੱਕ ਡੈਮੋਕ੍ਰੈਟਿਕ ਵੈਲਿਊ ਸਿਸਟਮ ਹੈ ਨਹੀਂ ਹੁੰਦਾ, ਕਿਉਂਕਿ ਮੋਦੀ ਅਜੇ ਵੀ ਇਹ ਸੁਪਨੇ ਚ ਕਿ ਉਹ ਬਾਦਸ਼ਾਹ ਸਲਾਮਤ ਹੈ ਤੇ ਜਨਤਾ, ਉਹ ਲੋਕਾਂ ਨੂੰ ਜਿਹੜਾ ਹੈਗਾ ਪ੍ਰਜਾ ਸਮਝਦਾ। ਲੋਕਤੰਤਰ ਵਿੱਚ ਜਿਹੜੇ ਲੋਕ ਪ੍ਰਜਾ ਨਹੀਂ ਹੁੰਦੇ ਹੈਗੇ, ਲੋਕਤੰਤਰ ਵਿੱਚ ਲੋਕ ਜਿਹੜੇ ਹੈ ਉਹ ਅਸਲ ਦੇ ਵਿੱਚ ਜਿਹੜਾ ਮੁਖੀ ਹੁੰਦੇ ਨੇ ਤੇ ਲੀਡਰ ਉਹਨਾਂ ਦੇ ਸਰਵਿਸ ਪ੍ਰੋਵਾਈਡਰ ਹੁੰਦੇ ਹੈਗੇ ਨੇ ਜੀ। ਉਹ ਰਾਜ ਕਰਦੇ ਨੇ ਪਰ ਉਹਨਾਂ ਨੂੰ ਚੁਣਨ ਦਾ ਹੱਕ ਲੋਕਾਂ ਦਾ ਹੁੰਦਾ, ਜਿਵੇਂ ਆਪਾਂ ਦੇਖਦੇ ਵੀ ਵੋਟਾਂ ਪਾ ਕੇ ਚੁਣਦੇ ਆ ਜੀ। ਇਹ ਵੱਖਰੀ ਗੱਲ ਆ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਹਾਲੇ ਕਮਜ਼ੋਰ ਆ, ਜਿੱਥੇ ਡੈਮੋਕ੍ਰੇਸੀ ਦੀਆਂ ਜੜ੍ਹਾਂ ਨਹੀਂ ਲੱਗੀਆਂ, ਸਾਡਾ ਮੁਲਕ ਵੀ ਉਹਦੇ ਵਿੱਚ ਸ਼ਾਮਲ ਆ, ਉੱਥੇ ਲੋਕਾਂ ਦੀ ਮਾਨਸਿਕਤਾ ਵੀ ਪ੍ਰਜਾ ਵਾਲੀ ਹੋ ਜਾਂਦੀ ਹੈ। ਪਰ ਜੇ ਕੋਈ ਸੱਤਾ 'ਚ ਬਹਿ ਕੇ ਖੁਦ ਨੂੰ ਬਾਦਸ਼ਾਹ ਸਲਾਮਤ ਮੰਨਣ ਲੱਗ ਜੇ ਤਾਂ ਉਹ ਚੀਜ਼ ਸੀਗੀ। ਇਸੇ ਕਰਕੇ ਹੀ ਤੁਸੀਂ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਇਗਨੋਰ ਕਰਦੇ ਹੋ, ਉਪ ਰਾਸ਼ਟਰਪਤੀ ਨੂੰ ਕਰਦੇ ਆ, ਨਾ ਹੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਾਂਦੇ ਸੀ ਹਿੰਮਤ ਤੱਕ ਕਿ ਉਹ ਆਪਣੇ ਸੰਵਿਧਾਨਕ ਅਧਿਕਾਰਾਂ ਲਈ ਲੜ ਸਕਣ, ਕੁਛ ਕਹਿ ਸਕਣ, ਕਿਉਂਕਿ ਉਹ ਇਹਨਾਂ ਦੇ ਬਣਾਏ ਹੋਏ ਹੈਗੇ ਨੇ। ਇੱਕ ਟਾਈਮ ਹੁੰਦਾ ਸੀ ਜਦੋਂ ਰਾਸ਼ਟਰਪਤੀ ਆਪਣੀ ਜਿਹੜੀ ਹੈਗੀ ਸੰਵਿਧਾਨਕ ਤਾਕਤ ਦਾ ਮੁਜ਼ਾਹਰਾ ਕਰ ਦਿੰਦਾ ਹੁੰਦਾ ਸੀ, ਕੀਤੇ ਵੀ ਹੈਗੇ ਨੇ ਕਈ ਵਾਰ, ਲੇਕਿਨ ਐਡੀ ਵੱਡੀ ਕਦੇ ਨੌਬਤ ਨਹੀਂ ਆਈ ਸੀਗੀ ਕਿ ਜਿਹਦੇ ਵਿੱਚ ਕਿਹਾ ਜਾ ਸਕੇ ਕਿ ਕੋਈ ਇਸ ਤਰ੍ਹਾਂ ਰਾਸ਼ਟਰਪਤੀ ਨੂੰ ਇਗਨੋਰ ਕਰ ਸਕਦਾ ਹੋਵੇ। ਪਰ ਸਵਾਲ ਉਰੇ ਨਾ ਇਹ ਹੈਗਾ ਵੀ ਇੱਥੇ ਇਕੱਲਾ ਰਾਸ਼ਟਰਪਤੀ ਤੋਂ ਉਦਘਾਟਨ ਕਰਾਇਆ ਜਾਣਾ ਜਾਂ ਨਾ ਕਰਾਇਆ ਜਾਣਾ ਹੀ ਇਸ਼ੂ ਨਹੀਂ ਹੈਗਾ। ਉਰੇ ਹੈ ਕਿ ਜਿਸ ਢੰਗ ਨਾਲ ਇਹ ਸੰਸਦ ਨੂੰ ਦੀ ਉਸਾਰੀ, ਜਿਸ ਢੰਗ ਨਾਲ ਇਹਦਾ ਜਿਹੜਾ ਹੈਗਾ ਮਹੂਰਤ ਕੀਤਾ ਗਿਆ, ਜਿਸ ਢੰਗ ਨਾਲ ਜਿਵੇਂ ਇਹਦਾ ਉਦਘਾਟਨ ਕੀਤਾ ਗਿਆ, ਉਹ ਸਾਰੇ ਉਹਦੇ ਵਿੱਚ ਜਿਹੜੇ ਚਿੰਨ੍ਹ ਵਰਤੇ ਗਏ ਨੇ, ਪ੍ਰਤੀਕ ਵਰਤੇ ਗਏ ਨੇ, ਜਿਸ ਢੰਗ ਨਾਲ ਜਿਹੜਾ ਹੋਇਆ, ਉਹ ਇੱਕ ਸਿੰਬੋਲਿਕਲੀ ਵੀ ਇੱਕ ਵੱਡੀ ਸੱਟ ਮਾਰੀ ਗਈ ਹੈਗੀ ਆ ਭਾਰਤ ਦੇ ਉਸ ਖਾਸੇ ਨੂੰ, ਜਿਹੜਾ ਖਾਸਾ ਲੋਕਤੰਤਰੀ ਹੈ, ਜਿਹੜਾ ਖਾਸਾ ਸੰਵਿਧਾਨਕ ਪ੍ਰੋਮਿਸ ਕਰਦਾ ਕਿ ਅਸੀਂ ਇੱਕ ਸੈਕੂਲਰ ਮੁਲਕਾਂ ਸਾਰਿਆਂ ਦੇ ਸਾਂਝੇ ਹੈਗੇ ਆ, ਉਹਦੇ ਤੇ ਸੱਟ ਮਾਰੀ ਗਈ ਆ। ਉਹਦੇ ਵਿੱਚ ਸਗੋਂ ਆਹ ਸਾਰੇ ਕੁਛ ਦੀ ਤਾਂ ਲੋੜ ਹੀ ਨਹੀਂ ਸੀਗੀ ਹੁਣ ਵੀ ਜੇ ਤੁਸੀਂ ਬ੍ਰਾਹਮਣਾਂ ਨੂੰ ਬੁਲਾ ਕੇ ਉਹ ਕਰਦੇ ਤੇ ਇਹਨੂੰ ਇੱਕ ਬਹੁਤ ਵੱਡੇ ਉਤਸਵ ਵਜੋਂ ਦਿਖਾਇਆ ਗਿਆ ਹੈਗਾ, ਜਿਵੇਂ ਪਤਾ ਨਹੀਂ ਕਿੱਡਾ ਹੀ ਵੱਡੀ ਮੱਲ ਮਾਰੀ ਗਈ ਹੈਗੀ ਆ। ਇਹ ਚੀਜ਼ ਜਿਹੜੀ ਹੈਗੀ ਹੈ ਆਪਣੇ ਆਪ 'ਚ ਦੁਖਦਾਈ ਹੈ ਜੀ। ਦੂਸਰੀ ਗੱਲ ਸ਼ਿਵਿੰਦਰ ਜੀ, ਇਹਦੀ ਕਪੈਸਿਟੀ ਵੀ ਵਧਾਈ ਗਈ ਹੈ ਨਵੇਂ ਸੰਸਦ ਦੀ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਸਿਟਿੰਗ ਕਪੈਸਿਟੀ ਜਿਹੜੀ ਹੈ ਉਹ ਕਹਿੰਦੇ ਵੱਧ ਗਈ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਕੁਝ ਨਵੇਂ ਕਾਨੂੰਨਾਂ ਦੀ, ਨਵੇਂ ਸਿਸਟਮ ਦੀ ਹੋਂਦ ਜਿਹੜੀ ਹੈ ਉਹ ਨਜ਼ਰ ਆਉਣ ਲੱਗ ਗਈ ਹੈ। ਤੁਹਾਨੂੰ ਕੀ ਲੱਗਦਾ? ਦੋ ਚੀਜ਼ਾਂ ਨੇ ਬਰਾੜ ਸਾਹਿਬ। ਇੱਕ ਤਾਂ ਹੈਗੀ ਆ ਕਿ ਭਾਰਤ ਵਿੱਚ ਤਾਂ ਜਿਹੜੀ ਜਨਗਣਨਾ ਜੀ ਉਹ 2011 ਤੋਂ ਬਾਅਦ ਨਹੀਂ ਹੋਈ ਹੈਗੀ, ਤੇ ਹੁਣ ਜਨਗਣਨਾ ਹੋਊਗੀ, ਸਿੱਧੀ ਜੀ ਗੱਲ ਹੈ ਕਿ ਆਬਾਦੀ ਵੀ ਵਧੂਗੀ, ਸੀਟਾਂ ਵੀ ਵਧਾਈਆਂ ਜਾਣਗੀਆਂ। ਇਹ ਸਾਰੀ ਚੀਜ਼ ਸਮਝ ਆਉਂਦੀ ਹੈ ਵੀ ਠੀਕ ਹੈ, ਹੋਣਾ ਚਾਹੀਦਾ ਸੀਗਾ। ਪਰ ਹੁਣ ਸਵਾਲ ਹੈ ਕਿ ਇਹ ਜਨਗਣਨਾ ਜਿਹੜੀ ਹੈ 24 ਤੋਂ ਪਹਿਲਾਂ ਜਿਹੜੀ ਸੀ, ਉਹ ਥੋੜਾ ਚਿਰ ਪਹਿਲਾਂ ਹੀ ਕਰਾਈ ਜਾ ਰਹੀ ਹੈ ਜੀ, ਕਿਉਂਕਿ ਇੱਕ ਪਾਸੇ ਤਾਂ ਇਲੈਕਸ਼ਨ ਆ ਰਹੀ ਹੈ, ਇੱਕ ਪਾਸੇ ਮਾਨਯੋਗ ਪ੍ਰਧਾਨ ਮੰਤਰੀ ਨੇ ਆਪਦੇ ਭਾਸ਼ਣ ਦੇ ਵਿੱਚ ਵੀ ਕਿਹਾ ਸੀ ਨਵੇਂ ਕਾਨੂੰਨ ਦਾ ਜਿਹੜਾ ਹੈਗਾ ਉਹ ਨਵੇਂ ਕਾਨੂੰਨ ਵੀ ਇਸ ਦੇ ਨਾਲ ਇਤਿਹਾਸਕ ਬਣਨਗੇ ਨਵੀਂ ਸੰਸਦ ਭਵਨ ਦੇ ਵਿੱਚ। ਕੁਝ ਉਹਨਾਂ ਨੇ ਹਿੰਟ ਜ਼ਰੂਰ ਦਿੱਤਾ, ਤੁਹਾਡੀ ਨਜ਼ਰ ਦੇ ਵਿੱਚ ਵੀ ਹੋਏਗਾ। ਜੀ ਬਿਲਕੁਲ। ਇਸੇ ਤਰ੍ਹਾਂ ਇੱਕ ਤਾਂ ਇਹ ਚੀਜ਼ ਉਹਦੇ ਵਿੱਚ ਇਹ ਹੁਣ ਦਿੱਕਤ ਕੀ ਆਏਗੀ ਕਿ ਬਹੁਤ ਸਾਰੇ ਵਿਦਵਾਨ ਇਹ ਸਵਾਲ ਉਠਾ ਰਹੇ ਨੇ ਕਿ ਜਨਗਣਨਾ ਨੂੰ ਇਹ ਮਤਲਬ ਜਿਵੇਂ ਹੁਣ ਕਸ਼ਮੀਰ ਦੇ ਵਿੱਚ ਜਿਹੜੀ ਜਨਗਣਨਾ ਹੋਣੀ ਹੈ ਜੀ,
ਦਰਜਾ ਹਲਕਾਬੰਦੀ ਹੋਣੀ ਆ ਸੂਬਾ ਦੇ ਸੀਟਾਂ ਦੀ, ਉਹਦੇ ਵਿੱਚ ਆਬਾਦੀ ਦੀ ਥਾਂ ਇਹਨਾਂ ਨੇ ਖੇਤਰਫਲ ਨੂੰ ਆਧਾਰ ਬਣਾ ਲਿਆ ਆਪਣੀ ਲੋੜ ਦੇ ਮੁਤਾਬਕ। ਉਹਦੇ ਵਿੱਚ ਸਾਫ਼ ਹੋਏਗਾ ਕਿ ਜੰਮੂ ਵਾਲਾ ਖੇਤਰ ਆ ਜਿਹੜਾ ਉਹ ਵੱਧੇਗਾ, ਕਸ਼ਮੀਰ ਵੈਲੀ ਵਾਲਾ ਘਟਾ ਦਿੱਤਾ ਜਾਵੇਗਾ। ਆਬਾਦੀ ਦੇ ਪੱਖੋਂ ਕਸ਼ਮੀਰ ਵੈਲੀ ਵਾਲਾ ਜਿਹੜਾ ਖੇਤਰ ਜ਼ਿਆਦਾ ਹੈਗਾ। ਉਹਦਾ ਕਾਰਨ ਕੀ ਹੈ ਕਿ ਜੰਮੂ ਵਾਲੇ ਖੇਤਰ ਦੇ ਵਿੱਚ ਹਿੰਦੂ ਆਬਾਦੀ ਰਹਿੰਦੀ ਹੈ, ਤਾਂ ਜੋ ਕਿ ਜੰਮੂ ਐਂਡ ਕਸ਼ਮੀਰ ਉੱਤੇ ਵੀ ਇਹ ਵੋਟਾਂ ਰਾਹੀਂ ਆਪਣਾ ਕਬਜ਼ਾ ਕਰ ਸਕਣ। ਇਸ ਤਰ੍ਹਾਂ ਦੀਆਂ ਦਿੱਕਤਾਂ ਆਉਣਗੀਆਂ। ਫਿਰ ਇਹ ਜਨਗਣਨਾ ਦਾ ਜਿਹੜਾ ਆਧਾਰ ਕੀ ਹੋਏਗਾ, ਜਾਤੀ ਆਧਾਰ, ਧਰਮ ਆਧਾਰ ਹੈ, ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਆਪਣਾ ਇੱਕ ਏਜੰਡਾ ਚਲਾਉਣ ਦੀ ਸੋਚ ਰਹੇ ਹੈਗੇ ਨੇ। ਸੋ ਉਹ ਇੱਕ ਵੱਡੇ ਸਵਾਲ ਹੈਗੇ ਨੇ। ਉਹ ਅੱਗੇ ਜਾ ਕੇ ਦੇਖਾਂਗੇ ਵੀ ਇਹ ਕਿਸ ਰੂਪ ਚ ਕਰਦੇ ਨੇ। ਕਾਨੂੰਨ ਤਾਂ ਹੁਣ ਆਏ ਨੇ ਵੀ, ਕਾਨੂੰਨ ਤਾਂ ਲਗਾਤਾਰ ਇਹ ਨਾ ਚੇਂਜ ਕਰਨਗੇ, ਵੈਸੇ ਵੀ ਬਹੁਤ ਸਾਰੇ ਕਰ ਦਿੱਤੇ ਗਏ ਨੇ। ਪਰ ਇੱਕ ਹੋਰ ਜਿਹੜਾ ਸਵਾਲ ਪੁੱਛਣਾ ਬਣਦਾ ਵੀ ਨਵੀਂ ਇਮਾਰਤ ਵਿੱਚ ਤਾਂ ਆ ਗਏ, ਕੀ ਨਵੀਂ ਇਮਾਰਤ ਵਿੱਚ ਤੁਹਾਡੀ ਜ਼ਿਹਨੀਅਤ ਕੋਈ ਨਵੀਂ ਹੋਏਗੀ? ਕਿਉਂਕਿ ਹੁਣ ਤੱਕ ਜਿਹੜੀ ਇੱਕ ਚੀਜ਼ਾਂ ਆ ਰਹੀਆਂ ਹੈਗੀਆਂ, ਜਿਵੇਂ ADR ਦੀਆਂ ਰਿਪੋਰਟਾਂ, ਕੇਸ ਸਾਡੀ ਇਮਾਰਤ ਵਿੱਚ ਸਭ ਤੋਂ ਵੱਧ ਬਲਾਤਕਾਰੀ, ਸਾਡੀ ਇਮਾਰਤ ਵਿੱਚ ਸਭ ਤੋਂ ਵੱਧ ਕਰਪਟ ਲੀਡਰ ਬੈਠੇ ਨੇ, ਤੇ ਜਾਂ ਉਹ ਲੀਡਰ ਬੈਠੇ ਨੇ ਜਿਨ੍ਹਾਂ ਤੇ ਬਹੁਤ ਸਾਰੇ ਦੋਸ਼ ਨੇ, ਤਕੜਾ ਪੈਸਾ ਬਣਾਇਆ ਹੋਇਆ ਹੈਗਾ, ਲੋਕਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਕਿ ਹੁਣ ਨਵੀਂ ਇਮਾਰਤ ਵਿੱਚ ਜਾ ਕੇ ਭਾਈ ਆ ਜਿੰਨੇ ਸਾਰੇ ਤੁਸੀਂ ਬ੍ਰਾਹਮਣ ਬੁਲਾ ਲਏ ਉੱਚ ਜਾਤੀ ਦੇ, ਕਿ ਇਹ ਇਹਨਾਂ ਦੀ ਮਾਨਸਿਕ ਸ਼ੁੱਧੀਕਰਨ ਵੀ ਕਰਨਗੇ। ਹੋਰ ਵੱਡੀ ਗੱਲ ਕਿ ਨਰਿੰਦਰ ਮੋਦੀ ਦਾ ਆਪਣਾ ਸ਼ੁੱਧੀਕਰਨ ਹੋ ਜਾਏਗਾ, ਜਿਹੜਾ ਕਿ ਉਹਨੂੰ ਬੋਲਣ ਦੀ ਅਕਲ ਆ ਜਾਏਗੀ। ਜਿਹੜਾ ਦੀਦੀ ਉਹ ਦੀਦੀ ਕਰਦਾ ਸੀ, ਜਾਂ ਸਰੂਪ ਨਖਾ ਵਾਲਾ ਹਾਸਾ ਫਲਾਨਾ ਢੀਂਗੜਾ, ਕਿ ਉਹ ਜਾ ਕੇ ਜਿਹੜਾ ਉਹਦੇ ਵਿੱਚ ਵੀ ਕੋਈ ਤਬਦੀਲੀ ਆਊਗੀ ਕਿ ਨਹੀਂ ਆਊਗੀ, ਜਾਂ ਫਿਰ ਇਕੱਲੀ ਇਮਾਰਤ ਬਦਲਦੀ ਤੇ ਬਾਕੀ ਸਾਰਾ ਕੁਝ ਉਹੀ ਹੈ। ਤੇ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਇਮਾਰਤ ਬਦਲੀ ਵੀ ਗਈ ਆ, ਉਹਦੇ ਵਿੱਚ ਜਦੋਂ ਅੱਗੇ ਤੁਸੀਂ ਦੇਖੋ, ਇੱਕ ਚੀਜ਼ ਹੈ ਕਿ ਕਈ ਲੋਕ ਨਾ ਲੌਜਿਕ ਦਿੰਦੇ ਨੇ ਕਿ ਜੀ ਇਮਾਰਤ ਨੂੰ ਬਹੁਤ ਚਿਰ ਹੋ ਗਿਆ। 1927 ਦੀ ਬਣੀ ਸੀ ਇਮਾਰਤ, ਹਾਲੇ ਜ਼ਿਆਦਾ ਟਾਈਮ ਨਹੀਂ ਹੋਇਆ। ਬ੍ਰਿਟਿਸ਼ ਦੀ ਜਿਹੜੀ ਇਮਾਰਤ ਆ ਉਹਨੂੰ ਕਈ ਸੌ ਸਾਲ ਹੋ ਗਏ, 400 ਸਾਲ ਹੋ ਗਏ ਜੇ ਮੈਂ ਗਲਤ ਨਹੀਂ, 400 ਤੋਂ 500 ਤੋਂ ਉੱਪਰ ਹੋ ਗਿਆ। ਕਈ ਮੁਲਕਾਂ ਵਿੱਚ 500 ਸਾਲ ਵੀ ਹੋ ਗਏ ਨੇ। ਤੇ ਸੋ ਕਹਿਣ ਦਾ ਮਤਲਬ ਇਹ ਹੈਗਾ ਉੱਥੇ ਦੀਆਂ ਇਮਾਰਤਾਂ ਉਸੇ ਤਰ੍ਹਾਂ ਹੈਗੀਆਂ, ਉਹਨਾਂ ਨੂੰ ਵਿਸਤ੍ਰਿਤ ਰੂਪ ਦਿੱਤਾ ਜਾ ਸਕਦਾ ਸੀਗਾ, ਪਰ ਉਹ ਇਮਾਰਤ ਨਾਲ ਬਹੁਤ ਸਾਰੀਆਂ ਯਾਦਾਂ ਵੀ ਜੁੜੀਆਂ ਹੋਈਆਂ। ਉਹਦੇ ਜਦੋਂ ਇੱਕ ਸਟਰਗਲ ਚੱਲ ਰਹੀ ਸੀ ਅੰਗਰੇਜ਼ਾਂ ਨਾਲ, ਉਹਦੇ ਵਿੱਚ ਤੁਸੀਂ ਬਹਿ ਕੇ ਇੱਕ ਡਾਇਲੋਗ ਹੁੰਦਾ ਸੀਗਾ। ਫਿਰ ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਅਸੈਂਬਲੀ ਵੀ ਯਾਦ ਆਊਗੀ ਜਿਹਦੇ ਵਿੱਚ ਭਗਤ ਸਿੰਘ ਨੇ ਬੰਬ ਸੁੱਟਿਆ ਸੀਗਾ। ਫਿਰ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਕੁਝ ਯਾਦ ਆਏਗਾ ਉਸ ਸੰਸਦ ਦੇ ਵਿੱਚ। ਤੇ ਇਹਦੇ ਵਿੱਚ ਤੁਹਾਨੂੰ ਕੀ ਯਾਦ ਆਏਗਾ? ਇਹਦੇ ਵਿੱਚ ਤਾਂ ਯਾਦ ਆਉਣ ਯੋਗ ਹੀ ਕੁਝ ਨਹੀਂ ਹੈਗਾ, ਆਜ਼ਾਦੀ ਦਾ ਇਤਿਹਾਸ ਹੀ ਨਹੀਂ ਇਹਦੇ ਵਿੱਚ ਹੈਗਾ। ਇਹਦੇ ਵਿੱਚ ਤਾਂ ਤੁਸੀਂ ਜਿਵੇਂ ਅੱਜ ਟੈਲੀਗ੍ਰਾਫ ਨੇ ਜਿਹੜਾ 2023 BC ਲਿਖ ਕੇ ਜਿਹੜਾ ਸਿਰਲੇਖ ਲਾਇਆ, ਤੁਹਾਨੂੰ ਤਾਂ ਇੱਕ ਕੋਈ ਹੋਰ ਇੱਕ ਕਿਸਮ ਦੇ ਜਿਹੜਾ ਰਾਜਾਸ਼ਾਹੀ ਦਾ ਦੌਰ ਯਾਦ ਆਊਗਾ। ਉਹ ਵੀ ਮਤਲਬ ਤੁਹਾਡੀ ਕਲਪਨਾ ਵਿੱਚੋਂ ਉਹੀ ਤਰ੍ਹਾਂ ਦਾ ਤਸੱਵਰ ਆਊਗਾ ਜਿਹੜੇ ਤੁਸੀਂ TV ਦੇ ਵਿੱਚ ਨਾਟਕ ਦੇਖਦੇ ਰਹੇ ਹੋ, ਤੇ ਸੱਚੇ ਝੂਠੇ ਜਿਹੇ ਨਾਟਕ ਜਿਹੜੇ ਦੇਖਦੇ ਰਹੇ ਹੋ ਤੁਸੀਂ। ਸੋ ਇਸ ਕਰਕੇ ਕਿਵੇਂ ਮਤਲਬ ਇਤਿਹਾਸ ਤੇ ਚਿੰਨ੍ਹਾਂ ਨੂੰ ਵੀ ਜਿਹੜਾ ਕਿਵੇਂ ਖਤਮ ਕੀਤਾ ਜਾਂਦਾ ਹੁੰਦਾ, ਉਹ ਚੀਜ਼ ਵੀ ਜਿਹੜੀ ਅਸੀਂ ਸਮਝ ਸਕਦੇ ਹਾਂ ਇੱਥੋਂ। ਜੀ ਦੂਜੀ ਗੱਲ, ਇਸੇ ਦਿਨ ਹੀ ਪਹਿਲਵਾਨਾਂ ਦਾ ਸੰਘਰਸ਼ ਕਰ ਰਹੇ ਪਹਿਲਵਾਨ ਸੀ ਜਿਹੜੇ, ਉਹ ਇੱਕ ਪਾਸੇ ਤਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਡੰਡੌਤ ਵੰਦਨਾ ਕਰ ਰਹੇ ਸੀ ਨਵੇਂ ਸੰਸਦ ਮੈਂਬਰ ਦੀ, ਤੇ ਸੰਸਦ ਭਵਨ ਦੀ, ਮਾਫ਼ ਕਰਨਾ, ਤੇ ਦੂਸਰੇ ਪਾਸੇ ਭਲਵਾਨ ਸੀ ਜਿਹੜੇ ਰੈਸਲਰ ਆਪਣੇ ਭਾਰਤ ਦੇ, ਉਹਨਾਂ ਨੂੰ ਲੰਮਿਆਂ ਪਾ ਕੇ ਪੂਰਾ ਧੂਇਆ ਜਾ ਰਿਹਾ ਸੀ। ਤਾਂ ਇਹ ਆਪਣੇ ਆਪ ਦੇ ਵਿੱਚ ਜੰਤਰ ਮੰਤਰ ਦਾ ਪ੍ਰਦਰਸ਼ਨ ਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਡੰਡਾ ਚੱਲਿਆ ਦਿੱਲੀ ਪੁਲਿਸ ਦਾ, ਇਹ ਕਿਹੋ ਜਿਹਾ ਰੁਖ ਅਖਤਿਆਰ ਕਰੇਗਾ? ਇਹਨਾਂ ਦਾ ਵਿਰੋਧ ਆ ਜਿਹੜਾ, ਜਾਂ ਇਹਨਾਂ ਦੇ ਐਜੀਟੇਸ਼ਨ ਆ, ਇਹਨੂੰ ਕਿਵੇਂ ਦੇਖਦੇ ਹੋ? ਇਹ ਆਪਣੇ ਆਪ ਹੀ ਸਿੰਬੋਲਿਕਲੀ ਬੜਾ ਖਤਰਨਾਕ ਦ੍ਰਿਸ਼ ਦਿਖ ਰਿਹਾ ਸੀ ਮੈਨੂੰ ਤਾਂ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਲੋਕਤੰਤਰ ਦਾ ਮਹਾਉਤਸਵ ਮਨਾ ਰਹੇ ਹਾਂ, ਅਸੀਂ ਇੱਕ ਲੋਕਤੰਤਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਬਿਲਡਿੰਗ ਦੇ ਰਹੇ ਹਾਂ। ਕੀ ਲੋਕਤੰਤਰ ਦਾ ਅਰਥ ਸਿਰਫ ਬਿਲਡਿੰਗਾਂ ਤੱਕ ਰਹਿ ਗਿਆ? ਕੀ ਲੋਕਤੰਤਰ ਵਿੱਚੋਂ ਲੋਕ ਮੰਨਫੀ ਨੇ, ਤੇ ਉਹ ਲੋਕ ਜਿਹੜੇ ਕੋਈ ਮੁਲਕ ਆਪਣੇ ਆਪ ਨੂੰ ਲੋਕਤੰਤਰੀ ਚਾਹੁੰਦਾ, ਕਿ ਉਹਨਾਂ ਦੇ ਲੋਕਾਂ ਦੇ ਅਧਿਕਾਰ ਜਿਹੜੇ ਉਹਦੇ ਵਿੱਚ ਮੰਨਫੀ ਨੇ, ਕਿ ਉਹਨਾਂ ਅਧਿਕਾਰਾਂ ਵਿੱਚ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ? ਕਿ ਉਹਨਾਂ ਲੋਕਾਂ ਨੂੰ ਇਹ ਅਧਿਕਾਰ ਨਹੀਂ ਹੈਗਾ ਇਹ ਕਹਿਣ ਦਾ ਕਿ ਅਸੀਂ ਜਿਹੜੇ ਤੁਹਾਡੇ ਜਸ਼ਨਾਂ ਦੇ ਵਿੱਚ ਸ਼ਾਮਲ ਨਹੀਂ ਹੈਗੇ, ਇਹ ਜਿਹੜੇ ਜਸ਼ਨ ਹੈਗੇ ਨੇ ਝੂਠੇ ਜਸ਼ਨ ਹੈਗੇ ਨੇ? ਜੇਕਰ ਕੋਈ ਏਦਾਂ ਕਹਿਣ ਦੀ ਗੱਲ ਕਰਦਾ ਹੈਗਾ ਕਿ ਤੁਸੀਂ ਉਹਨੂੰ ਡੰਡੇ ਨਾਲ ਦਬਾਉਣੇ ਹੈਗੇ ਹੋ, ਇਹ ਕਿਸ ਤਰ੍ਹਾਂ ਦੇ ਲੋਕਤੰਤਰ ਦਾ ਤੁਸੀਂ ਜਿਹੜਾ ਸੁਨੇਹਾ ਦੇ ਰਹੇ ਹੈਗੇ ਹੋ? ਸੁਨੇਹਾ ਹੁਣ ਜੰਤਰ ਮੰਤਰ ਤੋਂ ਉਜਾੜਿਆ ਹੀ ਨਹੀਂ ਗਿਆ, ਬਲਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਆ ਰਹੇ ਸੀ, ਕੋਈ ਹਰਿਆਣੇ ਦੇ ਪਿੰਡਾਂ ਚੋਂ ਆ ਰਿਹਾ ਸੀ, ਕੋਈ ਪੰਜਾਬ ਤੋਂ ਆ ਰਿਹਾ ਸੀ, ਉਹਨਾਂ ਨੂੰ ਰੋਕਿਆ ਗਿਆ।
ਗੁਰਦੁਆਰਿਆਂ ਦੇ ਵਿੱਚ ਰੋਕਿਆ ਗਿਆ, ਕੋਈ ਉਹ ਟ੍ਰੇਨ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਉੱਥੋਂ ਉਹਨਾਂ ਨੂੰ ਰੋਕਿਆ ਗਿਆ, ਕਿਸੇ ਨੂੰ ਬੱਸਾਂ ਦੇ ਵਿੱਚੋਂ ਰੋਕਿਆ ਗਿਆ, ਕਿ ਕਿਸੇ ਨੂੰ ਘਰਾਂ ਦੇ ਵਿੱਚੋਂ ਛਾਪੇ ਮਾਰੇ ਗਏ ਵੀ ਇਹ ਦਿੱਲੀ ਨਾ ਪਹੁੰਚ ਜਾਣ। ਇਹ ਕਿਹੜਾ ਲੋਕਤੰਤਰ ਹੋਇਆ ਵੀ? ਤੁਹਾਨੂੰ ਕੀ ਤੋਂ ਡਰ ਲੱਗ ਰਿਹਾ? ਤੁਹਾਨੂੰ ਆਪਣੇ ਲੋਕਾਂ ਤੋਂ ਡਰ ਲੱਗ ਰਿਹਾ? ਤੇ ਜਿਹੜੇ ਦਿਨ ਤੁਸੀਂ ਆਪਣੇ ਲੋਕਤੰਤਰ ਦਾ ਜਸ਼ਨ ਮਨਾਉਣ ਲੱਗੇ ਹੋਏ ਹੋ, ਜਿਹੜੇ ਦਿਨ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਕੋਈ ਬਹੁਤ ਵੱਡੀ ਮੱਲ ਮਾਰ ਰਹੇ ਹਾਂ ਜੀ ਇੱਕ ਇਮਾਰਤ ਬਣਾ ਕੇ, ਤੇ ਉਸ ਦਿਨ ਤੁਸੀਂ ਆਪਣੇ ਲੋਕਾਂ ਦੀ ਧੂ ਖਿੱਚ ਕਰ ਰਹੇ ਹੋ। ਸਬਕਾ ਸਾਥ ਸਬਕਾ ਵਿਕਾਸ, ਬੇਟੀ ਬਚਾਓ ਦੀ ਗੱਲ ਕਰਨ ਵਾਲਾ ਜਿਹੜਾ ਹੈਗਾ ਬੰਦਾ, ਉਹਦੀ ਫੋਰਸ ਜਿਹੜੀ ਹੈ ਉਹ ਔਰਤਾਂ ਨੂੰ ਉਹਦੀ ਖਿੱਚ ਧੂ ਕਰ ਰਹੀ ਹੈ। ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈਗਾ। ਕੁੱਟਿਆ ਮਾਰਿਆ ਹੀ ਨਹੀਂ ਜਾ ਰਿਹਾ, ਪ੍ਰੋਟੈਸਟ ਦੇ ਦੌਰਾਨ ਅਸੀਂ ਦੇਖਿਆ ਕਿ ਪੁਲਿਸ ਵਾਲੇ ਕਈਆਂ ਨੂੰ ਕੁੜੀਆਂ ਨੂੰ ਫੜ ਲੈਂਦੇ ਸੀ। ਉੱਥੇ ਇੱਕ ਮਹਿਲਾ ਪੱਤਰਕਾਰ ਵੀ ਸ਼ਾਮਲ ਸੀ, ਸਾਕਸ਼ੀ ਮਲਿਕ, ਜਿਹਨੂੰ ਕੁਝ ਦਿਨ ਪਹਿਲਾਂ ਜਿਹਨਾਂ ਦਾ ਹੋ ਕੇ ਹਟਿਆ ਵੀ ਰਾਤ ਨੂੰ 1-1:30 ਵਜੇ ਸੁਨਸਾਨ ਜਗ੍ਹਾ ਦੇ ਉੱਤੇ ਛੱਡ ਦਿਓ। ਵੀ ਸੁਨਸਾਨ ਜਗ੍ਹਾ ਦੇ ਉੱਤੇ ਉਹਨੂੰ ਕੌਣ ਮਿਲੂਗਾ? ਮੁਸ਼ੰਡੇ ਮਿਲਣਗੇ, ਔਰਤ ਹੈ, ਜਵਾਨ ਔਰਤ ਹੈ, ਰੇਪ ਵੀ ਹੋ ਸਕਦਾ ਹੈਗਾ, ਕੀ ਕੁਛ ਨਹੀਂ ਹੋ ਸਕਦਾ ਹੈਗਾ। ਸੋ ਕੱਲ ਵੀ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ। ਕੱਲ ਵੀ ਜਿਹੜੇ ਕੁਝ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਜਦੋਂ ਛੱਡਿਆ ਗਿਆ ਰਾਤ ਨੂੰ ਤੇ ਕਿਹਾ ਗਿਆ ਕਿ ਲਓ ਆਪਣੇ ਆਪ ਚਲੇ ਜਾਓ ਜੀ, ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਆਪਣੇ ਆਪ ਦਾ ਮਤਲਬ ਕੀ ਹੋਇਆ ਬਈ ਕਿ ਸਾਡੀ ਸੁਰੱਖਿਆ ਦੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਕੀ? ਅੱਜ ਵੀ ਜਿਹੜਾ ਹੈਗਾ ਫੋਗਾਟ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਵੀ ਆਹ ਦੇਖੋ ਪੁਲਿਸ ਵਾਲੇ ਕੁਛ ਸਾਡੇ ਮਗਰ ਲਾਏ ਹੋਏ ਹੈਗੇ ਨੇ, ਸਾਡਾ ਐਨਕਾਊਂਟਰ ਤਾਂ ਨਹੀਂ ਕਰਨਾ। ਬਿਲਕੁਲ ਐਨਕਾਊਂਟਰ ਵੀ ਕਰ ਸਕਦੇ ਨੇ, ਸ਼ੱਕ ਜਤਾਇਆ। ਤੇ ਬਜਰੰਗ ਪੁਨੀਏ ਦਾ ਜਿੱਥੇ ਤੱਕ ਪਤਾ ਨਹੀਂ ਲੱਗ ਰਿਹਾ ਹੈਗਾ। ਇਹ ਮਤਲਬ ਤੁਸੀਂ ਕਿਸ ਤਰ੍ਹਾਂ ਦੇ ਲੋਕਤੰਤਰ ਦੀ ਤਸਵੀਰ ਦਿਖਾ ਰਹੇ ਹੈਗੇ ਹੋ? ਬਜਰੰਗ ਪੁਨੀਏ, ਸੌਰੀ ਮੈਂ ਤੁਹਾਨੂੰ ਟੋਕ ਰਿਹਾ ਵਿੱਚ ਦੀ ਸ਼ਿਵਿੰਦਰ ਜੀ, ਬਜਰੰਗ ਪੁਨੀਏ ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੀ ਇੱਕ ਟੀਵੀ ਚੈਨਲ ਦੇ ਉੱਤੇ ਇਹ ਕਹਿੰਦੇ ਵੀ ਸੁਣੇ ਜਾ ਰਹੇ ਆ ਕਿ ਉਹ ਕਹਿ ਰਿਹਾ ਕਿ ਗਰਦਨ ਕਾਟ ਦੇਂਗੇ ਜਾਂ ਕੁਝ ਕਾਟ ਦੇਂਗੇ। ਇਹ ਕਿੱਧਰ ਨੂੰ ਜਾ ਰਿਹਾ? ਇਹ ਪੰਜਾਬ ਵੱਲ ਨੂੰ ਵੱਧ ਰਿਹਾ ਇਹਨਾਂ ਦਾ, ਤੇ ਪੰਜਾਬ ਤੋਂ ਕੈਨੇਡਾ ਜਾਂਦਾ, ਕੈਨੇਡਾ ਤੋਂ ਖਾਲਿਸਤਾਨ। ਕੁਛ ਬਜਰੰਗ ਪੁਨੀਏ ਤੇ ਉਹਨਾਂ ਨੇ ਕੁਛ ਇੱਦਾਂ ਦੇ ਜਿਹੜੇ ਹੈਗੇ ਆ ਇਲਜ਼ਾਮ ਤਰਾਸ਼ੀ ਵੀ ਕੀਤੀ ਹੈ ਕਿ ਕੀ ਕੁਝ ਬੋਲ ਰਿਹਾ ਜਾਂ ਕਿਵੇਂ ਕਰ ਰਿਹਾ ਬਜਰੰਗ ਪੁਨੀਆ। ਤੇ ਦੂਸਰੀ ਗੱਲ ਉਹਨੇ ਆਪਣੇ ਆਪ ਨੂੰ ਵੀ ਤਿਆਰ ਕੀਤਾ ਕਿ ਮੇਰੇ ਨਾਰਕੋ ਟੈਸਟ ਤੁਸੀਂ ਕਰਾ ਸਕਦੇ ਹੋ। ਕੁਝ ਇਹ ਆਪਸ ਦੇ ਵਿੱਚ ਚੱਲ ਕੀ ਰਿਹਾ ਜੀ? ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਤੇ FIR ਦਰਜ ਕਰਨ ਦੇ ਹੁਕਮ ਦੇ ਦਿੱਤੇ ਸਨ, ਪਰ ਹੁਣ ਕਿੱਥੇ ਕਾ ਕੇ ਗੱਲ ਰੁਕ ਗਈ ਹੈ ਜੀ? ਕਿੱਧਰ ਨੂੰ ਜਾ ਰਿਹਾ ਇਹਦਾ ਭਵਿੱਖ? ਕੀ ਨਜ਼ਰ ਆਉਂਦਾ ਤੁਹਾਨੂੰ ਇਹਨਾਂ ਦੇ? ਇਹਦੇ ਵਿੱਚ ਆਇਆ ਨਾ ਵੀ ਇਹਨਾਂ ਖਿਡਾਰੀਆਂ ਦੇ ਨਾਲ ਪੰਜਾਬ ਆ ਕੇ ਖੜ ਗਿਆ ਜੀ। ਜਦੋਂ ਫਿਰ ਜਦੋਂ ਤੱਕ ਪੰਜਾਬ ਦੇ ਕੁਝ ਬੰਦੇ BJP ਨਾਲ ਖੜ ਜਾਂਦੇ ਨੇ ਤਾਂ ਬ੍ਰਿਜ ਭੂਸ਼ਣ ਜੀ ਪੰਜਾਬ ਨੂੰ ਖਾਲਿਸਤਾਨ ਦੇ ਨਾਲ ਜੋੜ ਰਹੇ ਆ ਕਿ ਸਿਰ ਕੱਟਣ ਦੀ ਗੱਲ ਕਰ ਰਹੇ ਆ। ਜਦੋਂ ਜੇ ਤਾਂ ਕੋਈ ਲੀਡਰ BJP ਨਾਲ ਖੜ ਜਾਂਦਾ ਤਾਂ ਪੰਜਾਬ ਬਹੁਤ ਵਧੀਆ ਲੱਗਦਾ ਜੀ। ਜਦੋਂ ਪੰਜਾਬ ਆਪਣੇ ਅਧਿਕਾਰਾਂ ਲਈ, ਦੂਜਿਆਂ ਦੇ ਅਧਿਕਾਰਾਂ ਲਈ ਲੜਦਾ, ਉਦੋਂ ਫਿਰ ਉਹਨਾਂ ਨੂੰ ਖਾਲਿਸਤਾਨੀ ਨਜ਼ਰ ਆਉਂਦੇ ਨੇ। ਕਿਸਾਨ ਅੰਦੋਲਨ ਦੌਰਾਨ ਵੀ, ਅਸਲ 'ਚ ਕਿਸਾਨ ਅੰਦੋਲਨ ਦੌਰਾਨ ਨਾ ਬਹੁਤ ਅੱਛੀਆਂ ਸਾਂਝਾਂ ਪਈਆਂ ਨੇ ਪੰਜਾਬ ਤੇ ਹਰਿਆਣੇ ਦੀਆਂ। ਸਿਰਫ ਪੰਜਾਬ ਹਰਿਆਣੇ ਦੀਆਂ ਨਹੀਂ ਬਲਕਿ ਮੁਲਕ ਦੇ ਲੋਕਾਂ ਦੀਆਂ ਵੀ ਆਪਸ ਵਿੱਚ ਸਾਂਝਾਂ ਪਈਆਂ ਹੈਗੀਆਂ ਨੇ ਜੋ ਇਹਨਾਂ ਨੂੰ ਚੁਭਦੀਆਂ ਨੇ। ਤੇ ਇਹ ਕੋਸ਼ਿਸ਼ ਵੀ ਕਰਦੇ ਰਹੇ ਨੇ। ਤੁਸੀਂ ਦੇਖੋ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜਾਣਬੁੱਝ ਕੇ ਖੱਟੜ ਨੇ ਜਾ ਕੇ SYL ਦਾ ਮੁੱਦਾ ਚੁੱਕਿਆ ਸੀਗਾ ਵੀ ਇਹ ਆਪਸ ਵਿੱਚ ਲੜ ਪੈਣ, ਲੋਕ ਫਿਰ ਨਹੀਂ ਲੜੇ ਹੈਗੇ। ਤੇ ਇਸੇ ਢੰਗ ਨਾਲ ਹੁਣ ਇਹ ਕਰਦੇ ਖਿਡਾਰੀਆਂ ਦੇ ਦੋਸ਼ ਲਾਉਣ ਲੱਗਿਆ ਵੀ ਇਹ ਖਾਲਿਸਤਾਨੀਆਂ ਨਾਲ ਮਿਲੇ ਹੋਏ ਨੇ, ਖਾਲਿਸਤਾਨੀਆਂ ਦੇ ਨਾਲ ਆ ਗਏ ਨੇ। ਆਪਣੇ ਵਿਰੁੱਧ ਉੱਠਦੀ ਕੋਈ ਵੀ ਆਵਾਜ਼ ਇਹਨਾਂ ਨੂੰ ਦੇਸ਼ ਧਰੋਹ ਲੱਗਦੀ ਹੈ, ਇਹਨਾਂ ਨੂੰ ਖਾਲਿਸਤਾਨ ਲੱਗਦੀ ਹੈ, ਇਹਨਾਂ ਨੂੰ ਮਾਓਵਾਦੀ ਲੱਗਦੀ ਹੈ, ਇਹਨਾਂ ਨੂੰ ਟੁਕੜੇ ਗੈਂਗ ਲੱਗਦੀ ਹੈ। ਇਹ ਮਤਲਬ ਕੀ ਹੈ ਕਿ ਇਹ ਆਪਣੇ ਆਪ ਨੂੰ ਹੀ ਮੁਲਕ ਸਮਝਦੇ ਹੈਗੇ ਨੇ ਜੀ। ਪਹਿਲੀ ਗੱਲ ਇਹ ਹੈਗੀ ਹੈ। ਦੂਜੀ ਚੀਜ਼ ਇਹ ਹੈਗੀ ਆ ਕਿ ਪ੍ਰਸ਼ਾਸਨ ਕੰਮ ਕਿਵੇਂ ਕਰ ਰਿਹਾ? ਕਿ ਇੱਕ ਬੰਦਾ ਵਾ, ਉਹਦੇ ਤੇ ਪਹਿਲਾਂ ਤੁਸੀਂ FIR ਨਹੀਂ ਦਰਜ ਕੀਤੀ। FIR ਦਰਜ ਉਦੋਂ ਕੀਤੀ ਜਦੋਂ ਸੁਪਰੀਮ ਕੋਰਟ ਨੇ ਇੰਟਰਫੇਅਰ ਕੀਤਾ। ਫਿਰ ਉਦੋਂ ਬਾਅਦ ਵਿੱਚ ਜਿਹੜਾ ਤੁਸੀਂ ਬਾਅਦ ਵਿੱਚ ਉਹਦਾ ਕੱਖ ਨਹੀਂ ਵਿਗਾੜਿਆ ਹੈਗਾ। ਤੇ ਇਹ ਇੱਥੇ ਸਾਫ਼ ਪਤਾ ਲੱਗਦਾ ਵੀ ਇਹ ਲੋਕ ਨੇ ਜਿਹੜੇ ਦੂਜਿਆਂ ਨੂੰ ਸਰਟੀਫਿਕੇਟ ਵੰਡਦੇ ਫਿਰਦੇ ਨੇ, ਉਹ ਨਾ ਕਾਨੂੰਨ ਦੀ ਪਰਵਾਹ ਕਰਦੇ ਨੇ ਨਾ ਕਿਸੇ ਹੋਰ ਦੀ। ਅੱਛਾ, ਇਹਦੇ ਵਿੱਚ ਇੱਕ ਪੁਆਇੰਟ ਹੋਰ ਮੈਂ ਜੋੜਨਾ ਚਾਹੁੰਦਾ ਤੁਹਾਡੇ ਸਵਾਲ ਤੋਂ ਪਹਿਲਾਂ ਜੀ। ਕੇਜਰੀਵਾਲ ਦੀ ਪਾਰਟੀ ਦਿੱਲੀ ਦੇ ਵਿੱਚ ਰਾਜ ਕਰਦੀ ਹੈ, ਠੀਕ ਹੈ। ਉਹਨਾਂ ਦੀ ਉੱਥੇ ਸੰਖਿਆ ਵੀ ਤਕੜੀ ਹੈ, ਸੀਟਾਂ ਵੀ ਲਈਆਂ ਹੋਈਆਂ ਸੁੱਖ ਨਾਲ ਉਹਨਾਂ ਨੇ। ਪਰ ਹੁਣ ਸਵਾਲ ਇੱਥੇ ਆ ਜਾਂਦਾ ਹੈਗਾ ਕਿ ਤੁਹਾਡੇ ਸਾਹਮਣੇ ਦਿੱਲੀ ਵਿੱਚੋਂ ਲੋਕ ਉਜਾੜੇ ਗਏ, ਠੀਕ ਹੈ। ਤੁਹਾਡੇ ਕੋਲ ਬਹਾਨਾ ਹੈਗਾ, ਦਿੱਲੀ ਵਿੱਚੋਂ ਕੱਲ ਬੱਸਾਂ ਵੀ ਬੰਦ ਕੀਤੀਆਂ ਗਈਆਂ ਸੀ, ਮੈਟਰੋ ਵੀ ਬੰਦ ਸੀਗੀ, ਹਾਲਾਂਕਿ ਦਿੱਲੀ ਸਰਕਾਰ ਦੇ ਅੰਦਰ। ਪਰ ਇਹਨਾਂ ਕੋਲ ਬਹਾਨਾ ਵੀ ਇਹ ਆਰਡੀਨੈਂਸ ਜਾਰੀ ਕਰਕੇ ਇਹ ਜਿਹੜੀ ਹੈਗੀ ਆ ਉਹਨਾਂ ਨੇ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਇਹਦਾ ਪ੍ਰਯੋਗ ਕੀਤਾ। ਹਾਂ, ਅਸਲ 'ਚ ਇਹ ਵੀ ਲੱਗ ਰਿਹਾ ਕਿ ਕੇਜਰੀਵਾਲ ਹੁਣ ਜਿਹੜਾ ਹੈਗਾ ਨੈਸ਼ਨਲ ਲੈਵਲ ਤੇ ਦੂਜੀਆਂ ਪਾਰਟੀਆਂ ਨੂੰ ਆਪਦੇ ਨਾਲ ਲਾਮਬੰਦ ਕਰਦਾ ਜਾ ਰਿਹਾ। ਜੋ ਉਹਦਾ ਸ਼ਰਾਬ ਘੁਟਾਲਾ ਜਿਹੜਾ ਹੈਗਾ ਉਹ ਜਿੰਨ ਬਾਹਰ ਨਿਕਲਿਆ ਬੋਤਲ 'ਚੋਂ, ਉਦੋਂ ਦਾ ਉਹਨਾਂ ਦਾ ਧਿਆਨ ਇੱਧਰ ਨੂੰ ਨਹੀਂ ਤੁਹਾਨੂੰ ਲੱਗ ਰਿਹਾ ਕਿ ਇਹ ਜਿਹੜਾ ਦਿੱਲੀ ਦੇ ਵਿੱਚ ਭਲਵਾਨ ਬੈਠੇ ਇਹਨਾਂ ਵੱਲ ਕੋਈ ਇੰਨੀ ਤਵੱਜੋ ਨਹੀਂ ਦੇ ਰਹੀ ਪਾਰਟੀ, ਕੋਈ ਵੀ ਪਾਰਟੀ? ਪਰ
ਪਰ ਸਵਾਲ ਤਾਂ ਇਹ ਹੈ ਨਾ ਵੀ ਇਹ ਕਦੋਂ ਆਏ ਸੀ ਪਹਿਲਵਾਨਾਂ ਦੇ ਨਾਲ? ਜੀ। ਇਹ ਜਦੋਂ ਤੁਹਾਨੂੰ ਉਜਾੜਿਆ ਜਾ ਰਿਹਾ, ਜ਼ਰੂਰੀ ਨਹੀਂ ਵੀ ਕੇਜਰੀਵਾਲ ਆਪ ਚਾਹੇ ਉੱਥੇ ਹੈਗਾ ਨਹੀਂ ਹੈਗਾ, ਤੁਹਾਡੀ ਪਾਰਟੀ ਹੈ ਪੂਰੀ, ਤੁਹਾਡਾ ਸੰਗਠਨ ਆ, ਤੁਸੀਂ ਜਾ ਕੇ 5000 ਬੰਦਾ ਜਾ ਕੇ ਖੜ ਜਾਓ ਉਹਨਾਂ ਨਾਲ। ਜੀ। ਜੇ ਥੋੜੀ ਐਡੀ ਹੀ ਹਿੰਮਤ ਹੈ, ਤੁਸੀਂ ਏਡਾ ਹੀ ਜਿਹੜਾ ਸੱਚੀ ਮੁੱਚੀ ਲੋਕਤੰਤਰ ਜਾਂ ਬੀਜੇਪੀ ਦੇ ਵਿਰੁੱਧ ਲੜਨਾ ਚਾਹੁੰਦੇ ਹੋ ਤਾਂ ਤੁਹਾਡਾ ਰਾਜ ਹੋਵੇ, ਤੁਹਾਡੇ ਰਾਜ ਦੇ ਵਿੱਚ ਖਿਡਾਰੀ ਕਰਦੇ ਹੁਣ ਪ੍ਰੋਟੈਸਟ, ਬੀਜੇਪੀ ਦਾ ਏਰੀਆ ਦੇ ਜਿਹੜੀ ਪ੍ਰਸ਼ਾਸਨ ਉਹਨੂੰ ਉਜਾੜ ਰਿਹਾ ਹੋਵੇ, ਮੰਨਿਆ ਕਿ ਤੁਹਾਡੇ ਕੋਲ ਪੁਲਿਸ ਨਹੀਂ ਹੈਗੀ, ਕਿ ਤੁਹਾਡੇ ਕੋਲ ਇਹ ਤਾਂ ਸੱਚ ਹੈ ਨਾ ਵੀ ਤੁਹਾਡੇ ਕੋਲ ਕਮਿਟਡ ਵਰਕਰ ਹੈਗੇ ਨੇ, ਤੁਹਾਡੇ ਕੋਲ ਜਿਹੜਾ ਹੈਗਾ ਆਪਣੇ ਤੁਹਾਡੇ ਜਿਹੜਾ ਹੈਗੇ ਵਲੰਟੀਅਰਸ ਹੈਗੇ ਨੇ, ਤੁਹਾਡੇ ਕੋਲ ਤੁਹਾਡੇ ਸੰਗਠਨ ਦੇ ਲੋਕ ਹੈਗੇ ਨੇ ਜਿਹੜੇ ਤੁਹਾਡੇ ਕਹਿਣ ਤੇ ਆ ਜਾਂਦੇ ਨੇ, ਕੀ ਇਹ ਨਹੀਂ ਤੁਸੀਂ ਕਰ ਸਕਦੇ ਵੀ ਤੁਸੀਂ ਉਹਦੇ ਵਿੱਚ ਥੋੜੀ ਸੋਭਾ ਹੀ ਵਧਣੀ ਸੀ ਨਾ? ਜੀ। ਇਹ ਸਵਾਲ ਕੇਜਰੀਵਾਲ ਉੱਤੇ ਵੀ ਹੈ ਕਿ ਜਦੋਂ ਇਹ ਉਜਾੜਿਆ ਜਾ ਰਿਹਾ ਸੀ ਤੁਸੀਂ ਕਿੱਥੇ ਸੀ? ਅੱਛਾ, ਇਹ ਕੋਈ ਪਹਿਲੀ ਘਟਨਾ ਨਹੀਂ, ਇਦੋਂ ਪਹਿਲਾਂ ਬਲਡੋਜ਼ਰ ਚੱਲੇ ਮੁਸਲਮਾਨਾਂ ਦੇ ਘਰਾਂ ਤੇ, ਜੀ। ਉਦੋਂ ਵੀ ਇਹ ਨਹੀਂ ਬੋਲੇ ਹੈਗੇ, ਉਦੋਂ ਸਗੋਂ ਜਿਹੜਾ ਬੋਲੇ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਪੱਖ ਪੂਰਨ ਵਾਲੇ ਹੀ ਬੋਲੇ। ਇਦੋਂ ਪਹਿਲਾਂ 2020 ਦੇ ਵਿੱਚ ਮੁਸਲਿਮ ਹਿੰਸਾ ਹੋਈ, ਉਦੋਂ ਇਹਨੇ ਬੋਲਿਆ ਤੱਕ ਨਹੀਂ ਹੈਗਾ, ਉਦੋਂ ਜਿਹੜਾ ਬੋਲਿਆ ਉਹ ਕਿਤੇ ਨਾ ਕਿਤੇ ਬੀਜੇਪੀ ਵਾਲੀ ਬੋਲੀ ਬੋਲਿਆ। ਉਹ ਫਿਰ ਲੌਜਿਕ ਸੀ ਜੀ ਮੇਰੇ ਕੋਲ ਕਿਹੜਾ ਪੁਲਿਸ ਸੀ, ਮੈਂ ਕੀ ਕਰਦਾ, ਮੈਂ ਕਿਵੇਂ ਨਿਕਲਦਾ। ਜੀ। ਸਾਡੇ ਕੋਲ ਇਤਿਹਾਸ ਵਿੱਚ ਇੱਕ ਛੋਟੀ ਜਿਹੀ ਉਦਾਹਰਨ ਹੈ, ਮਹਾਤਮਾ ਗਾਂਧੀ ਨਾਲ ਕਿਸੇ ਦੇ 100 ਮਤਭੇਦ ਹੋ ਸਕਦੇ ਨੇ, ਮੇਰੇ ਵੀ ਹੈਗੇ ਨੇ, ਪਰ ਜਦੋਂ ਕਦੇ ਦੰਗਾ ਹੁੰਦਾ ਸੀਗਾ ਉਹ ਬੰਦਾ ਆਪਣੀ ਜਿਹੜੀ ਸੋਟੀ ਜੀ ਚੱਕ ਕੇ ਉੱਥੇ ਖੜਾ ਹੋ ਜਾਂਦਾ ਸੀਗਾ ਤੇ ਕਹਿੰਦਾ ਸੀ ਲਓ ਕਰੋ ਦੰਗਾ, ਜੇ ਹਿੰਮਤ ਹੈਗੀ ਆ। ਦੰਗੇ ਰੋਕੇ ਨਹੀਂ। ਤੁਸੀਂ ਮੁੱਖ ਮੰਤਰੀ ਹੋ ਸੂਬੇ ਦੇ, ਤੁਸੀਂ ਜਾ ਕੇ ਆਪਣੇ ਨਾਲ ਜਿਹੜਾ ਆਪਣੇ ਵਲੰਟੀਅਰ ਜਾ ਕੇ ਖੜ ਜਾਂਦੇ ਜਦੋਂ ਹਿੰਸਾ ਹੋ ਰਹੀ ਸੀ ਦਿੱਲੀ ਵਾਲੀ। ਕੀ ਤੁਹਾਨੂੰ ਲੱਗਦਾ ਵੀ ਕੋਈ ਏਦਾਂ ਕਰ ਸਕਦਾ? ਪੁਲਿਸ ਤੁਹਾਡੇ ਤੇ ਕੋਈ ਜ਼ੁਲਮ ਹੋਣ ਦਿੰਦੀ? ਇਸੇ ਤਰ੍ਹਾਂ ਹੀ ਖਿਡਾਰੀਆਂ ਉੱਤੇ ਜਦੋਂ ਖਿਡਾਰੀਆਂ ਨੂੰ ਉਜਾੜਿਆ ਜਾ ਰਿਹਾ ਸੀ ਜੰਤਰ ਮੰਤਰ ਤੋਂ, ਤੁਸੀਂ ਜਾਂ ਤੁਹਾਡਾ ਕੋਈ ਮੰਤਰੀ ਜਾ ਕੇ 4-5 ਵਲੰਟੀਅਰ ਨਾਲ ਖੜ ਜਾਂਦਾ ਬਈ। ਬਿਲਕੁਲ ਜੀ, ਨੈਤਿਕ ਜ਼ਿੰਮੇਵਾਰੀ ਬਣਦੀ ਆ। ਆਮ ਆਦਮੀ ਪਾਰਟੀ ਦੀ ਸਰਕਾਰ ਜੇ ਹੈਗੀ ਆ ਤਾਂ ਆਮ ਆਦਮੀ ਦੀ ਗੱਲ ਕਰਦੀ ਆ, ਆਮ ਆਦਮੀ ਨੂੰ ਅੱਗੇ ਲਿਆਉਣ ਦੀ ਗੱਲ ਕਰਦੀ ਆ, ਆਮ ਆਦਮੀ ਦੇ ਮਨਸ਼ੇ ਨੂੰ ਜਿਹੜਾ ਹੈਗਾ ਮਨ ਦੇ ਵਿੱਚ ਬਿਠਾ ਕੇ ਲੋਕਾਂ ਦੇ ਵਿੱਚ ਵੀ ਇਹੀ ਧਿਆਨ ਜਿਹੜਾ ਹੈਗਾ ਕੇਂਦਰਿਤ ਕਰਦੀ ਹੈ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ। ਪਰ ਜਦੋਂ ਆਮ ਪਹਿਲਵਾਨ ਜਿਹੜੇ ਹੈਗੇ ਆ ਉਹ ਦੇਸ਼ ਦਾ ਨਾਂ ਰੌਸ਼ਨ ਕਰਦੇ ਆ, ਉਹ ਬੱਚੀਆਂ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਆਉਣ ਵਾਲੀ ਨਸਲ ਦਾ ਤੁਸੀਂ ਕੀ ਦੇਖਦੇ ਹੋ ਕਿ ਇੱਦਾਂ ਜੇਕਰ ਇਹਨਾਂ ਨਾਲ ਇੰਨਾ ਜਿਹੜਾ ਹੈਗਾ ਪੂਰੀ ਡੰਡੇ ਦੇ ਜ਼ੋਰ ਤੇ ਇਹਨਾਂ ਨੂੰ ਦਬਾਇਆ ਜਾ ਰਿਹਾ, ਇਨਸਾਫ ਨਹੀਂ ਮਿਲ ਰਿਹਾ, ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੇ ਮਾਪੇ ਨੇ ਭਾਰਤ ਦੇ ਕਿਸੇ ਵੀ ਰਾਜ ਦੇ ਹੋ ਸਕਦੇ ਆ ਕਿ ਉਹ ਆਪਣੀਆਂ ਬੱਚੀਆਂ ਨੂੰ ਇਸ ਲੈਵਲ ਤੱਕ ਪਹੁੰਚਾਉਣਗੇ? ਕੁਛ ਉਹਨਾਂ ਦਾ ਤੁਹਾਨੂੰ ਲੱਗਦਾ ਕਿ ਇੱਕ ਵਜੂਦ ਨੂੰ ਸੱਟ ਵੱਜੇਗੀ ਆਉਣ ਵਾਲੇ ਸਮੇਂ ਦੇ ਵਿੱਚ ਖਿਡਾਰੀਆਂ ਦੇ? ਦੇਖੋ, ਮਨੋਬਲ ਤਾਂ ਡਿੱਗੀ ਗਈ ਹੈ। ਹੁਣ ਪਹਿਲੀ ਗੱਲ ਤੇ ਹੈਗੀ ਹੈ ਕਿ ਜਿਹੜੇ ਬਹੁਤੇ ਇਸ ਤਰ੍ਹਾਂ ਦੇ ਆਹ ਖੇਡਾਂ ਦੇ ਵਿੱਚ ਨਾ ਜਵਾਕ ਨੇ ਆਪਣੇ ਪੇਂਡੂ ਇਲਾਕਿਆਂ ਵਿੱਚੋਂ ਹੀ ਆਉਂਦੇ ਹੈਗੇ ਜੀ, ਤੇ ਪੇਂਡੂ ਇਲਾਕਿਆਂ ਵਿੱਚ ਹਾਲ ਇਹ ਹੈਗਾ ਵੀ ਉੱਥੇ ਨਾ ਕੁੜੀਆਂ ਦੇ ਮਾਮਲੇ ਵਿੱਚ ਖਾਸ ਕਰਕੇ ਬਹੁਤ ਸੰਕੀਰਨ ਸੋਚ, ਹਾਲੇ ਸਾਡੀ ਸੋਚ ਉਸ ਤਰ੍ਹਾਂ ਖੁੱਲੀ ਨਹੀਂ ਹੈਗੀ ਜੀ। ਲੇਕਿਨ ਖੇਡਾਂ ਇਸ ਤਰ੍ਹਾਂ ਦੀਆਂ ਖੇਡਾਂ ਫਿਰ ਵੀ ਬਚੀਆਂ ਹੋਈਆਂ। ਮਾਪੇ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਜਵਾਕਾਂ ਨੂੰ ਫਿਰ ਵੀ ਘੱਲਦੇ ਨੇ, ਭਾਵੇਂ ਕਿ ਉਹ ਆਪਣੀ ਉਸ ਪੁਰਾਣੀ ਰੂੜੀਵਾਦੀ ਸੋਚ ਆ ਜਾਂ ਜਿਸ ਤਰ੍ਹਾਂ ਦਾ ਮੁਆਸ਼ਰਾ ਉਹ ਸੋਚ ਤੋਂ ਪ੍ਰਭਾਵਿਤ ਨੇ, ਲੇਕਿਨ ਉਹਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਵੀ ਨਹੀਂ ਆਹ ਖੇਡਾਂ ਦੇ ਵਿੱਚ ਚਲੋ ਕੁੜੀਆਂ ਨਾ ਕਮਾਉਣਗੀਆਂ ਤਾਂ ਇਹਨਾਂ ਦੀ ਨੂੰ ਕੋਈ ਨੌਕਰੀ ਮਿਲ ਜੂਗੀ, ਇਹਦੇ ਵਿੱਚ ਇਹ ਚੰਗੀ ਗੱਲ ਮੰਨਦੇ ਨੇ। ਮਤਲਬ ਕਿਉਂਕਿ ਸਾਡੇ ਕਲਚਰ ਦੇ ਵਿੱਚ ਮੰਨਿਆ ਵੀ ਜਾਂਦਾ ਨਾ ਵੀ ਮੁੰਡੇ ਕੁੜੀ ਦਾ ਇੱਕ ਨਰੋਇਆ ਹੋਣਾ ਬਹੁਤ ਜ਼ਰੂਰੀ ਹੈ ਨਾ, ਨਰੋਆ ਹੋਣ ਦੇ ਲਈ ਤੁਸੀਂ ਖੇਡਾਂ ਦੇ ਵਿੱਚ ਪਾਓ, ਇਹ ਆਮ ਹੀ ਇੱਕ ਸਾਡੇ ਕਲਚਰ ਦਾ ਹਿੱਸਾ ਹੈ। ਹੁਣ ਇੱਕੋ ਹੀ ਚੀਜ਼ ਬਚੀ ਸੀਗੀ ਕੁੜੀਆਂ ਨੂੰ ਬਾਹਰ ਨਿਕਲਣ ਲਈ, ਕਿਉਂਕਿ ਹੋਰ ਤਾਂ ਬੰਦਿਸ਼ਾਂ ਸੀ ਪੇਂਡੂ ਕੁੜੀਆਂ ਦੇ ਉੱਤੇ, ਤੇ ਉਹ ਸੀ ਖੇਡਾਂ ਜਿਹਦੇ ਨਾਲ ਜਿਹਦੇ ਵਿੱਚ ਉਹਨਾਂ ਦੇ ਮਾਪਿਆਂ ਦੀ ਵੀ ਸਹਿਮਤੀ ਹੁੰਦੀ ਹੈ, ਜਿਹਦੇ ਵਿੱਚ ਉਹ ਬਾਹਰ ਨਿਕਲ ਕੇ ਉਹ ਇੱਕ ਵੱਡੇ ਲੈਵਲ ਦਾ ਉਹਨਾਂ ਨੂੰ ਐਕਸਪੋਜ਼ਰ ਮਿਲਦਾ ਹੈਗਾ। ਤੇ ਜਦੋਂ ਕੋਈ ਮਾਪਿਆਂ ਦੇ ਧਿਆਨ ਦੇ ਵਿੱਚ ਬ੍ਰਿਜ ਭੂਸ਼ਣ ਵਰਗਾ ਬੰਦਾ ਦਿਖੂਗਾ, ਪਹਿਲਾਂ ਤਾਂ ਗੱਲ ਇਹੀ ਹੈਗਾ ਵੀ ਉਦੋਂ ਹੀ ਨਹੀਂ ਉਹ ਮਤਲਬ ਸੰਕੋਚ ਕਰਨਗੇ ਵੀ ਜੇ ਸਾਡੀ ਬੱਚੀ ਨਾਲ ਇੱਦਾਂ ਦਾ ਕੁਝ ਹੋ ਸਕਦਾ ਅਸੀਂ ਉਹਨੂੰ ਖੇਡ 'ਚ ਪਾਈਏ ਕਿ ਨਾ। ਇੱਕ ਤਾਂ ਇਹ ਚੀਜ਼ ਹੈ। ਇੱਕ ਜਦੋਂ ਬ੍ਰਿਜ ਭੂਸ਼ਣ ਵਰਗਿਆਂ ਨੂੰ ਸਰਕਾਰ ਬਚਾਏਗੀ ਉਦੋਂ ਹੋਰ ਬੁਰਾ ਸਦਮਾ ਲੱਗਦਾ। ਤੇ ਤੀਜੀ ਗੱਲ, ਜਦੋਂ ਉਹ ਦੇਖਣਗੇ ਕਿ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਸੜਕ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ, ਉਹਨਾਂ ਨੂੰ ਧੋਇਆ ਜਾ ਰਿਹਾ, ਘੜੀਸਿਆ ਜਾ ਰਿਹਾ, ਉਹਨਾਂ ਦੀ ਕੁੱਟਮਾਰ ਹੋ ਰਹੀ ਹੈ, ਤੇ ਇਹਦੇ ਨਾਲ ਹੋਰ ਨਕਾਰਾਤਮਕ ਪ੍ਰਭਾਵ ਜਾਏਗਾ। ਤੇ ਇਹ ਕਹਾਣੀ ਫਿਰ ਇੱਥੇ ਤੱਕ ਹੀ ਨਹੀਂ ਹੈਗੀ। ਇਹ ਕਹਾਣੀ ਇੱਕ ਤਾਂ ਇਹ ਹੈਗਾ ਇਹ ਐਂਗਲ ਕਿ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਬਣੇਗਾ, ਤੇ ਬਾਅਦ ਵਿੱਚ ਬੱਚਿਆਂ ਦੀ ਜਿਹੜੀ ਬਚੀ ਹੋਈ ਆਜ਼ਾਦੀ ਹੈ, ਖਾਸ ਕਰਕੇ ਸਾਡੇ ਪੇਂਡੂ ਬੱਚਿਆਂ ਦੀ, ਉਹ ਵੀ ਖੁੱਸੇਗੀ। ਦੂਜਾ ਇਹ ਹੈਗਾ ਵੀ ਤੁਸੀਂ ਜਿਸ ਢੰਗ ਨਾਲ ਤੇ ਪਹਿਲਾਂ ਵਾਅਦੇ ਕਰਦੇ ਰਹੇ ਹੋ ਵੀ ਮੈਂ ਜੀ ਯੁਵਾ ਸ਼ਕਤੀ ਨੂੰ ਵਧਾਉਣਾ ਜੀ, ਔਰ ਬੇਟੀ ਬਚਾਓ ਬੇਟੀ ਪੜ੍ਹਾਓ ਫਲਾਨਾ ਢੀਂਗਰਾ,
ਉਹ ਸਾਰੇ ਜਿਹੜੇ ਨਾਅਰੇ ਆ ਤੁਹਾਡੇ ਜਿਹੜੇ ਹੈਗੇ ਆ 1 ਮਿੰਟ 'ਚ ਅਸ਼ਲੀਲ ਲੱਗਣ ਲੱਗ ਗਏ। ਪਹਿਲਾਂ ਵੀ ਲੱਗੇ ਨੇ ਬਥੇਰੀ ਵਾਰ, ਤੁਸੀਂ ਤੇ ਇਹਨਾਂ ਨਾਅਰਿਆਂ ਦੀ ਤੁਹਾਡਿਆਂ ਦੀ ਖਿੱਲੀ ਉੱਡੀ ਆ, ਹੁਣ ਤਾਂ ਬਹੁਤ ਬੁਰੀ ਤਰ੍ਹਾਂ ਉੱਡੀ ਹੈ। ਲੋਕਤੰਤਰ ਦਾ ਜਸ਼ਨ ਮਨਾਉਂਦੇ ਹੋਏ ਤੁਸੀਂ ਜਿਹੜਾ ਹੈਗਾ ਨਿਆਣਿਆਂ ਨੂੰ ਕੁੱਟ ਰਹੇ ਹੈਗੇ ਹੋ, ਉਹ ਖਿਡਾਰੀਆਂ ਨੂੰ ਕੁੱਟ ਰਹੇ ਹੈਗੇ ਹੋ ਤੁਸੀਂ। ਇਹ ਜਿਹੜਾ ਕੱਲ੍ਹ ਵਾਲਾ ਦਿਨ ਸੀ ਨਾ, ਉਹ ਅਸਲ ਵਿੱਚ ਜਿਹੜਾ ਇਹ ਕਹਿੰਦੇ ਸੀ ਰਾਸ਼ਟਰੀ ਸ਼ਾਨ ਦਾ ਦਿਨ ਆ, ਅਸਲ ਵਿੱਚ ਉਹ ਸਹੀ ਅਰਥਾਂ ਵਿੱਚ ਰਾਸ਼ਟਰੀ ਜਿਹੜਾ ਹੈਗਾ ਅਫਸੋਸ ਦਾ ਜਾਂ ਰਾਸ਼ਟਰੀ ਸ਼ਰਮ ਦਾ ਦਿਨ ਸੀ ਜੀ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਸਾਹਮਣੇ ਨਜ਼ਰ ਆ ਰਹੀ ਹੈ ਜੀ, ਸਾਰਿਆਂ ਨੂੰ ਹੀ ਦਿਖ ਰਿਹਾ ਆਪਾਂ ਨੂੰ, ਮਤਲਬ ਭਾਵੇਂ ਸੋਸ਼ਲ ਮੀਡੀਆ, ਯੂਟਿਊਬਰ ਆ, ਨੈਸ਼ਨਲ ਮੀਡੀਆ, ਬਾਹਰਲੇ ਮੁਲਕਾਂ ਦੇ ਵਿੱਚ ਵੀ ਗੱਲ ਨਾਲ ਦੀ ਨਾਲ ਹੀ ਚਲੀ ਜਾਂਦੀ ਹੈ, ਇੰਟਰਨੈਟ ਦਾ ਜ਼ਮਾਨਾ ਹੈਗਾ। ਪਰ ਪ੍ਰਧਾਨ ਮੰਤਰੀ ਸਾਹਿਬ ਦੀ ਚੁੱਪੀ ਕੀ ਦਰਸਾਉਂਦੀ ਹੈ ਤੁਹਾਨੂੰ? ਖੇਡ ਜਗਤ ਦੇ ਵਿੱਚ ਜਦੋਂ ਵੀ ਕੋਈ ਨਿਮਾਣਾ ਖੱਟਦੇ ਸੀ ਤਾਂ ਇੱਕ ਦੇਖਿਆ ਜਾਂਦਾ ਸੀ ਪਾਰਟੀ ਆਰਗੇਨਾਈਜ਼ ਹੁੰਦੀ ਸੀ, ਉਹਨਾਂ ਦਾ ਮਨੋਬਲ ਵਧਾਇਆ ਜਾਂਦਾ ਸੀ। ਪਰ ਜਦੋਂ ਉਹਨਾਂ ਵੱਲੋਂ ਕੁਝ ਇਲਜ਼ਾਮਾਤ ਲਗਾਏ ਗਏ ਤਾਂ ਉਹ ਉਸ ਦੇ ਹੱਕ ਜਾਂ ਵਿਰੋਧ ਵਿੱਚ ਬਿਲਕੁਲ ਹੀ ਚੁੱਪ ਹੋ ਜਾਣਾ। ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਚੁੱਪੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਪਹਿਲੀ ਵਾਰ ਨਹੀਂ ਚੁੱਪੀ ਹੈਗੀ ਮੋਦੀ ਦੀ। ਇੱਕ ਨਾ ਜੇ ਤੁਸੀਂ 9 ਸਾਲਾਂ 'ਚ ਦੇਖੋ ਜੀ, ਇਹ ਉਹਦੀ ਇੱਕ ਭੂਮਿਕਾ ਨੂੰ ਸਮਝਣ ਦੀ ਲੋੜ ਆ। ਮੰਨ ਲਓ ਕਿ ਯੂਪੀ ਦੇ ਵਿੱਚ ਰੇਪ ਹੋ ਗਿਆ, ਮੋਦੀ ਚੁੱਪ ਰਹੂਗਾ ਹੈ, ਫਿਰ ਬਾਅਦ ਵਿੱਚ ਕਿਸੇ ਰੈਲੀ ਰੂਲੀ ਜਾ ਕੇ ਮਾੜਾ ਜਿਹਾ ਬੋਲ ਦੂਗਾ ਵੀ ਨਹੀਂ ਮੈਂ ਤਾਂ ਬੇਟੀਆਂ ਦੇ ਪੱਖ 'ਚ ਆ, ਵੀ ਉਹਦੇ ਉੱਤੇ ਜਿਹੜਾ ਮਿੱਟੀ ਪਾਉਣ ਵਾਲਾ ਕੰਮ। ਇੱਥੇ ਦਿੱਲੀ ਦੀ ਹਿੰਸਾ ਹੋ ਗਈ, ਚੁੱਪ ਰਹੂਗਾ ਉਹ। ਫਿਰ ਵਿੱਚ ਦੀ ਜਾ ਕੇ ਇੱਕ ਜੁਮਲਾ ਛੱਡ ਦੂ, ਮੈਂ ਕੱਪੜੇ ਦੇਖ ਕੇ ਪਛਾਣ ਲੈਣਾ ਹੈਗਾ, ਇਹਨਾਂ ਦਾ ਕੱਪੜੇ ਦੇਖ ਕੇ ਪਤਾ ਲੱਗ ਜਾਂਦੇ ਆ। ਇਹਦਾ ਮਤਲਬ ਹੈਗਾ ਵੀ ਉਹ ਸਾਰੇ ਵਰਤਾਰੇ ਦੇ ਨਾਲ ਖੜਾ ਹੈਗਾ। ਇਸੇ ਢੰਗ ਦੇ ਨਾਲ ਹੀ ਤੁਸੀਂ ਦੇਖੋ ਸੀਏ ਦੇ ਮਾਮਲੇ ਵਿੱਚ ਚੁੱਪ ਰਹੂਗਾ, ਫਿਰ ਜਾ ਕੇ ਇੱਕ ਇਹੋ ਜਿਹੀ ਟਿੱਪਣੀ ਕਰ ਦੂਗਾ ਜਿਹੜੀ ਕਦੇ ਅੱਜ ਤਾਂ ਅੱਗ ਲਾ ਦੂਗੀ ਜਾਂ ਗੋਲ ਮੋਲ ਹੋਊਗੀ। ਇਸੇ ਢੰਗ ਨਾਲ ਕਿਸਾਨ ਅੰਦੋਲਨ ਦੇ ਵਿੱਚ ਹੋਊਗਾ, ਚੁੱਪ ਰਿਹਾ ਉਹ ਬੰਦਾ, ਵਿੱਚ ਦੀ ਜਾ ਕੇ ਇੱਕ ਅੱਧੀ ਵਾਰ ਬੋਲੂਗਾ, ਉਹ ਗੋਲ ਮੋਲ ਜਿਹਾ ਹੋਊਗਾ। ਤੇ ਇਹ ਉਹਦਾ ਮਤਲਬ ਕੀ ਹੈ ਕਿ ਮੈਂ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਇਹਨਾਂ ਨੂੰ ਕੱਖ ਨਹੀਂ ਸਮਝਦਾ, ਮੈਂ ਤਾਨਾਸ਼ਾਹ ਹੈਗਾ ਤੇ ਇਹ ਜਿਹੜਾ ਕੁਝ ਹੋ ਰਿਹਾ ਮੇਰੀ ਮਰਜ਼ੀ ਨਾਲ ਹੋ ਰਿਹਾ ਤੇ ਮੈਂ ਤੁਹਾਡੇ ਪ੍ਰੋਟੈਸਟ ਵਗੈਰਾ ਨੂੰ ਕੁਝ ਨਹੀਂ ਸਮਝਦਾ। ਉਹ ਜਦੋਂ ਫਿਰ ਬੋਲੂਗਾ ਵੀ ਤਾਂ ਕਿਸੇ ਜਨਸਭਾ 'ਚ ਬੋਲੂਗਾ, ਉਹ ਵੀ ਫਿਰ ਕਈ ਵਾਰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਬੋਲੂਗਾ। ਇਹ ਇੱਕ ਡਿਕਟੇਟਰ ਜਿਹੜਾ ਹੈਗਾ ਪ੍ਰਸ਼ਾਸਕ ਹੁੰਦਾ, ਉਹਦੀ ਮਾਨਸਿਕਤਾ ਹੁੰਦੀ ਹੈ, ਜਿਹੜੀ ਮਾਨਸਿਕਤਾ ਦਾ ਮੁਜ਼ਾਹਰਾ ਨਰਿੰਦਰ ਮੋਦੀ ਕੋਈ ਇਸ ਮਾਮਲੇ ਉੱਤੇ ਨਹੀਂ 9 ਸਾਲ ਦਾ ਕਰਦਾ ਆ ਰਿਹਾ ਜੀ। ਬਿਲਕੁਲ। ਦੂਸਰੀ ਗੱਲ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਹੀ ਖਿਲਾੜੀਆਂ ਨੂੰ ਕਿਹਾ ਗਿਆ ਕਿ ਤੁਸੀਂ ਦੇਖਿਆ ਹੋਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਟੇਟਮੈਂਟ ਇੱਕ ਆਉਂਦੀ ਹੈ ਕਿ 15 ਰੁਪਏ ਦਾ ਮੈਡਲ ਆ, ਮੈਡਲ ਤਾਂ ਤੁਸੀਂ ਮੋੜ ਰਹੇ ਹੋ ਤੇ ਜਿਹੜਾ ਪੈਸਾ ਇੰਨਾ ਉਹ ਕਰਿਆ ਉਹ ਵਾਪਸ ਦਿਓ। ਕੀ ਦਰਸਾਉਂਦੀ ਆ ਉਹਨਾਂ ਦੀ ਮਾਨਸਿਕਤਾ? ਔਰ ਇੱਕ ਜਦੋਂ ਕਿਸੇ ਤੇ ਐਲੀਗੇਸ਼ਨ ਲੱਗਦਾ, ਕੋਈ ਵੀ ਇਸ ਲੈਵਲ ਦਾ ਨੇਤਾ ਹੈਗਾ, ਕੋਈ ਡਾਇਰੈਕਟਰ ਹੈਗਾ, ਤਾਂ ਉਹ ਨੈਤਿਕਤਾ ਦੇ ਆਧਾਰ 'ਤੇ ਹੀ ਅਸਤੀਫਾ ਦੇ ਦਿੰਦਾ, ਪਰ ਉਹ ਅੱਜ ਤੱਕ ਕਾਊਂਟਰ ਹੀ ਕਰ ਰਹੇ ਨੇ। ਤੁਹਾਨੂੰ ਇਹ ਦੋਵੇਂ ਪਰਿਸਥਿਤੀਆਂ ਦੇ ਵਿੱਚ ਕੀ ਨਜ਼ਰ ਆਉਂਦਾ? ਹੁਣ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੇ ਬੰਦਾ ਮੈਡਲ ਨੂੰ 15-20 ਰੁਪਏ ਦਾ ਸਮਝਦਾ ਨਾ ਜੀ, ਉਹ ਬੇਸਿਕ ਦੇ ਸੌਦੇ ਤੇ ਰਹਿਣਾ ਨਹੀਂ ਚਾਹੀਦਾ ਹੈਗਾ। ਉਹਨੂੰ ਉਹ ਖਿਡਾਰੀਆਂ ਦੇ ਮਾਣ ਨੂੰ ਵੀ, ਮੁਲਕ ਦੇ ਮਾਣ ਨੂੰ ਵੀ ਸੱਟ ਮਾਰ ਰਿਹਾ। ਫਿਰ ਸਵਾਲ ਹੈ ਕਿ ਤੁਸੀਂ ਇਸ 15-20 ਰੁਪਏ ਦੇ ਲੋਕਟ ਪਿੱਛੇ ਕੱਛਾਂ ਕਿਉਂ ਵਜਾਉਣੇ ਹੁੰਦੇ ਆ ਵੀ ਤੁਹਾਡੇ ਭਾਰਤ ਨੇ ਆ ਜਿੱਤ ਲਿਆ, ਫਲਾਨਾ ਕਰ ਲਿਆ, ਫਲਾਨਾ। ਫਿਰ ਪ੍ਰਧਾਨ ਮੰਤਰੀ ਤੱਕ ਆਪਣੀ ਖੁੰਬ ਠੱਪ ਰਹੇ ਹੁੰਦੇ ਆ ਮੁਬਾਰਕਾਂ ਦੇ ਕੇ ਖਿਡਾਰੀਆਂ ਨੂੰ। ਪਹਿਲਾ ਤਾਂ ਸਵਾਲ ਇਹੀ ਹੈ ਜੀ। ਦੂਜਾ ਹੈਗਾ ਖਿਡਾਰੀਆਂ ਨੇ ਜਿਹੜਾ ਹੈਗਾ ਆਪਣੀਆਂ ਸਾਲਾਂ ਦੀ ਮਿਹਨਤ ਲਾਈ ਹੁੰਦੀ ਹੈ। ਜਿਹੜੇ ਤੁਸੀਂ ਪੈਸੇ ਮੰਗ ਰਹੇ ਹੋ ਉਹ ਪੈਸੇ ਤੁਹਾਡੇ ਪਿਓ ਦੇ ਨਹੀਂ ਹੈਗੇ ਜੀ, ਉਹ ਪੈਸੇ ਭਾਰਤ ਦੀ ਲੋਕਾਂ ਦੇ ਨੇ। ਉਹ ਪੈਸੇ ਜਿਹੜੇ ਨੇ ਉਹ ਲੋਕਾਂ ਦੇ, ਆਮ ਲੋਕ ਕਈ ਤਰ੍ਹਾਂ ਇੱਕੋ ਸਮੇਂ ਕਈ ਤਰ੍ਹਾਂ ਦਾ ਟੈਕਸ ਦਿੰਦੇ ਨੇ। ਸਾਡਾ ਮੁਲਕ ਉਹ ਮੁਲਕ ਆ ਜਿਹਦੇ ਵਿੱਚ ਜਿੰਨੇ ਰੂਪਾਂ 'ਚ ਟੈਕਸ ਦਿੱਤਾ ਜਾਂਦਾ ਨਾ, ਸ਼ਾਇਦ ਉਹਨੇ ਰੂਪਾਂ 'ਚ ਕਿਸੇ ਮੁਲਕ 'ਚ ਨਹੀਂ ਦਿੱਤਾ ਜਾਂਦਾ ਹੋਣਾ ਟੈਕਸ। ਤੁਹਾਡੇ ਇੱਥੋਂ ਤੱਕ ਕਿ ਤੁਹਾਡੇ ਮਲ ਮੂਤਰ ਦਾ ਕੋਈ ਤੁਸੀਂ ਤੁਹਾਨੂੰ ਟੈਕਸ ਦੇਣਾ ਪੈਂਦਾ ਹੈਗਾ। ਤੇ ਉਹ ਜਿਹੜਾ ਹੈਗਾ ਸਾਡੇ ਮੁਲਕ ਦੇ ਵਿੱਚ ਹੋ ਰਿਹਾ। ਤੇ ਉਹ ਪੈਸਾ ਜਿਹੜਾ ਹੈ ਉਹ ਪੈਸਾ ਦਾ ਹੀ ਸਰਕਾਰ ਅੱਗੇ ਜਾ ਕੇ ਜਿਹੜਾ ਹੈਗਾ ਹਾਲਾਂਕਿ ਸਗੋਂ ਕਿ ਉਹਨੂੰ ਵੀ ਪੂਰਾ ਨਹੀਂ ਕਰਦੀ। ਇਹ ਟੈਕਸ ਦਾ ਮਤਲਬ ਹੁੰਦਾ ਕਿ ਲੋਕਾਂ ਨੂੰ ਫਿਰ ਵਧੀਆ ਸਹੂਲਤਾਂ ਵੀ ਦੇਣੀਆਂ, ਜਨ ਜੀਵਨ ਉੱਚਾ ਚੁੱਕਣਾ, ਉਹਨਾਂ ਦੇ ਸਿੱਖਿਆ ਦੇ ਵਿੱਚ, ਉਹਨਾਂ ਦੇ ਸਿਹਤ ਦੇ ਮਾਮਲਿਆਂ ਵਿੱਚ, ਉਹਨਾਂ ਦੇ ਰਹਿਣ ਸਹਿਣ ਦੇ ਮਾਮਲਿਆਂ ਵਿੱਚ, ਉਹਨਾਂ ਦੀਆਂ ਸੜਕਾਂ ਦੇ ਮਾਮਲੇ ਵਿੱਚ। ਉਹ ਤੱਕ ਪੈਸਾ ਲੱਗਦਾ ਹੀ ਨਹੀਂ, ਉਹ ਤਾਂ ਤੁਹਾਡੇ ਘਰਾਂ 'ਚ ਜਾਂਦਾ ਹੈਗਾ। ਤੁਸੀਂ ਮੌਜਾਂ ਮਾਣਦੇ ਫਿਰਦੇ ਹੋ, ਤੁਹਾਡੇ ਸ਼ੌਕ ਦਾ ਮੁੱਲ ਤਾਰਿਆ ਜਾਂਦਾ ਹੈਗਾ। ਸੋ ਉਹ ਪੈਸਾ ਲੋਕਾਂ ਦਾ ਪੈਸਾ ਹੈ ਜੋ ਤੁਸੀਂ ਦਿੰਦੇ ਹੋ, ਉਹ ਤੁਹਾਡੀ ਜੇਬ 'ਚੋਂ ਨਹੀਂ ਜਾਂਦਾ ਹੈਗਾ। ਨੰਬਰ 1। ਨੰਬਰ 2 ਹੈ ਕਿ ਜਿਹੜਾ ਬੰਦਾ ਵੈਸੇ ਮੈਡਲ ਨੂੰ 15 ਰੁਪਏ ਦਾ ਸਮਝਦਾ ਵਾ, ਉਹ ਬੰਦੇ ਨੂੰ ਖੇਡ ਦੀ ਭਾਵਨਾ ਦਾ ਨਹੀਂ ਪਤਾ, ਖੇਡ ਵਿੱਚ ਜਿੱਤੇ ਹੋਏ ਪੁਰਸਕਾਰਾਂ ਦੀ ਭਾਵਨਾ ਦਾ ਨਹੀਂ ਪਤਾ। ਤੇ ਮੈਨੂੰ ਲੱਗਦਾ ਕਿ ਉਹਨੂੰ ਤਾਂ ਨੈਤਿਕ ਤੌਰ ਤੇ ਨਹੀਂ ਇਹ ਹੈ
ਹੱਕ ਹੈਗਾ ਇਸ ਅਹੁਦੇ ਦੇ ਉੱਤੇ ਰਹਿਣ ਦਾ। ਬਿਲਕੁਲ। ਦੂਸਰੀ ਇੱਕ ਗੱਲ, ਕਿੰਨਾ ਕੁ ਵਾਜਬ ਲੱਗਦਾ ਤੁਹਾਨੂੰ ਇੱਕ ਮੰਤਰੀ ਜਿਹੜਾ ਹੈਗਾ, ਉਹ ਭਾਵੇਂ ਐਮਐਲਏ ਆ, ਐਮਪੀ ਆ, ਮੰਤਰੀ ਸਾਹਿਬਾਨ ਕਿਸੇ ਅਹੁਦੇ 'ਤੇ ਨੇ, ਕਿ ਉਹੀ ਜਿਹੜੀ ਖੇਡ ਪ੍ਰਕਿਰਿਆ ਨੂੰ ਡਾਇਰੈਕਟਰ ਦੇ ਰੂਪ ਵਿੱਚ, ਪ੍ਰਧਾਨ ਦੇ ਰੂਪ ਵਿੱਚ ਅੱਗੇ ਵਧਾਉਂਦੇ ਆ, ਜਦ ਕਿ ਅਸਲ ਦੇ ਵਿੱਚ ਚਾਹੀਦਾ ਕੀ ਹੈ? ਪਰ ਨਾ ਪਹਿਲਾਂ ਵੀ ਕਈ ਗੱਲਾਂ ਹੋ ਚੁੱਕੀਆਂ। ਦਾ ਕਾਰਨ ਇਹ ਹੈਗਾ ਕਿ ਇਹ ਨਾ ਅਹੁਦੇ ਨਾ ਥੋੜੇ ਜਿਹੇ ਮਲਾਈਦਾਰ ਅਹੁਦੇ ਹੈਗੇ ਨੇ ਇਹਦੇ ਵਿੱਚ। ਇਸੇ ਕਰਕੇ ਇਹ ਕੀ ਕਰਦੇ ਨੇ ਕਿ ਪੋਲੀਟੀਕਲ ਬੰਦਿਆਂ ਨੂੰ ਜਿਹੜਾ ਹੈਗਾ ਇਹਦਾ ਆਗੂ ਬਣਾਉਂਦੇ ਨੇ। ਤੁਸੀਂ ਦੇਖੋ ਕਿ ਕ੍ਰਿਕਟ ਬੋਰਡ ਦਾ ਉਹਨਾਂ ਲੋਕਾਂ ਨੂੰ ਬਣਾਇਆ ਜਾਂਦਾ ਜਿਨ੍ਹਾਂ ਨੇ ਕਦੇ ਬੱਲਾ ਨਹੀਂ ਚੱਜ ਨਾਲ ਫੜਿਆ ਜੀ। ਇਹ ਹੋਇਆ ਵੀ ਹੈ ਕਿ ਕਿਸੇ ਕ੍ਰਿਕਟ ਮੈਚ ਦਾ ਉਦਘਾਟਨ ਹੋਣਾ ਹੁੰਦਾ, ਪਹਿਲਾਂ ਬੱਲਾ ਫੜ ਕੇ ਥੋੜੀ ਜਿਹੀ ਨਾ ਬੈਟਿੰਗ ਜੀ ਕਰਨੀ ਹੁੰਦੀ ਹੈਗੀ ਹੈ ਇੱਕ ਅੱਧੀ ਬਾਲ ਦੇ ਨਾਲ। ਤੇ ਉਹ ਮੈਂ ਦੇਖਿਆ ਵੀ ਕਈ ਤਾਂ ਇਹੋ ਜਿਹੇ ਪਿਛਲੇ 20 ਸਾਲ 'ਚ ਬਣੇ ਨੇ ਜਿਨ੍ਹਾਂ ਨੂੰ ਬੱਲਾ ਹੀ ਨਹੀਂ ਫੜਨਾ ਆ ਰਿਹਾ ਸੀ। ਹੁਣ ਉਹ ਤੁਸੀਂ ਕ੍ਰਿਕਟ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਲਾਏ ਹੋਏ ਸੀ, ਕਦੇ ਕੁਛ ਲਾਏ ਹੋਏ ਸੀਗੇ, ਤੇ ਹੁਣ ਇੱਥੇ ਵੀ ਕਦੇ ਅਮਿਤ ਸ਼ਾਹ ਦਾ ਮੁੰਡਾ ਬਣਾਤਾ, ਕਦੇ ਕੁਛ ਬਣਾਤਾ। ਇਹ ਸਾਰੇ ਉਹ ਮਲਾਈਦਾਰ ਅਹੁਦੇ ਹੈਗੇ ਨੇ ਜਿਨ੍ਹਾਂ ਰਾਹੀਂ ਇਹਨਾਂ ਨੇ ਛਕਣਾ ਹੁੰਦਾ ਹੈਗਾ। ਇਸ ਕਰਕੇ ਇੱਕ ਤਾਂ ਇਹ ਸਵਾਲ ਹੈ ਵੀ ਉਹਦੇ ਵਿੱਚ ਇੱਕ ਇਸ ਤਰ੍ਹਾਂ ਹੋਵੇ ਵੀ ਉਹਦੇ ਵਿੱਚ ਇਹਨਾਂ ਲੋਕਾਂ ਦੀ ਕੋਈ ਇਜਾਰੇਦਾਰੀ ਨਾ ਹੋਵੇ, ਉਹਨਾਂ ਨੂੰ ਇੱਕ ਇਸ ਤਰ੍ਹਾਂ ਸੁਤੰਤਰ ਬਣਾਇਆ ਜਾਵੇ ਵੀ ਉਹ ਖੇਡ ਜਗਤ ਦੇ ਵਿੱਚੋਂ ਹੀ ਲੋਕਾਂ ਨੂੰ ਜਿਹੜਾ ਹੈਗਾ ਲਿਆ ਜਾਵੇ। ਉਹਦੇ ਵਿੱਚ ਕਿਸੇ ਤਰ੍ਹਾਂ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਨਾ ਹੋਵੇ। ਇਸ ਤਰ੍ਹਾਂ ਬਣਾਉਣ ਦੀ ਲੋੜ ਹੈਗੀ ਆ, ਬਿਲਕੁਲ ਜੀ, ਜੋ ਕਿ ਅਜੇ ਤੱਕ ਨਹੀਂ ਬਣਿਆ ਹੈਗਾ। ਦੂਜੀ ਚੀਜ਼ ਜੋ ਦੇਖਣ ਵਾਲੀ ਹੈ ਕਿ ਜਿੱਦਾਂ ਇਹਦਾ ਵਿਵਹਾਰ ਦਾ ਸਵਾਲ ਸੀਗਾ, ਉਹ ਤਾਂ ਜਿਵੇਂ ADR ਦੀਆਂ ਰਿਪੋਰਟਾਂ ਵੀ ਸਾਡੇ ਜਿਹੜੇ ਅਪਰਾਧਿਕ ਪਿਛੋਕੜ ਵਾਲੇ ਲੀਡਰ ਨੇ, ਹੁਣ BJP ਵਿੱਚ ਤਾਂ ਸਗੋਂ ਖਾਸ ਕਰਕੇ ਜਿਹੜੇ ਗੁੰਡਾ ਐਲੀਮੈਂਟ ਨੇ, ਜਿਹੜੇ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਨੇ, ਜਦੋਂ ਇਸ ਤਰ੍ਹਾਂ ਦਾ ਗੁੰਡਿਆਂ ਵਾਲੀ ਗਲੀ ਮੁਹੱਲੇ ਦੇ ਦਾਦਾ ਵਾਲੀ ਬੋਲੀ ਆ, ਉਹ ਮੋਦੀ ਦੀ ਹੋਏਗੀ, ਅਮਿਤ ਸ਼ਾਹ ਦੀ ਹੋਏਗੀ, ਬਾਕੀ ਲੀਡਰਾਂ ਦਾ ਤੁਸੀਂ ਕੀ ਆਸ ਕਰ ਸਕਦੇ ਹੋ? ਬਿਲਕੁਲ। ਤਾਂ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਜੀ, ਜਦੋਂ ਕੋਈ ਨੈਸ਼ਨਲ ਲੈਵਲ 'ਤੇ ਇੱਦਾਂ ਦਾ ਮਸਲਾ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਤੋਂ ਬਾਅਦ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ, ਜਿਵੇਂ ਪਹਿਲਵਾਨਾਂ ਦੇ ਕੇਸ 'ਚ ਕੀਤੀ ਜਾ ਰਹੀ ਆ, ਕੀ ਮਾਣਯੋਗ ਸੁਪਰੀਮ ਕੋਰਟ ਆਪਦੇ ਨਿਰਣੇ ਤੋਂ ਬਾਅਦ ਵੀ, ਜਦੋਂ ਉਹਨਾਂ ਨੂੰ ਹੁਕਮ ਦਿੱਤਾ FIR ਦਾ, ਉਸ ਤੋਂ ਬਾਅਦ ਵੀ ਕੋਈ ਸੂ ਮੋਟੋ ਨੋਟਿਸ ਲੈ ਸਕਦੀ ਹੈ ਜਦੋਂ ਲੱਗ ਰਿਹਾ ਹੋਵੇ ਕਿ ਹਜੇ ਵੀ ਜਿਹੜੀ ਆ ਉਹ ਜਸਟਿਸ ਦੇਣ 'ਚ ਢਿੱਲ ਮੱਸ ਕੀਤੀ ਜਾ ਰਹੀ ਹੈ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸੁਪਰੀਮ ਕੋਰਟ ਮੈਨੂੰ ਲੱਗਦਾ ਵੀ ਇਹਦੇ ਵਿੱਚ ਇੰਨਾ ਕੁ ਵੀ ਜੇ ਹੁਣ ਕੋਈ ਪਟੀਸ਼ਨ ਵਗੈਰਾ ਕੋਈ ਜਾਊਗੀ ਫਿਰ ਉਹਦੇ ਵਿੱਚ ਸੰਗਿਆਨ ਸ਼ਾਇਦ ਲੈ ਸਕਦੀ ਹੈ। ਅਦਰਵਾਈਜ਼ ਉਦੋਂ ਤਾਂ ਇਹ ਸੀ ਨਾ ਕਿ FIR ਦੇ ਵਿੱਚ ਤਾਂ ਬੋਲੀ ਸੀ ਕਿਉਂਕਿ ਇਹ ਤਾਂ 2013 ਦੇ ਵਿੱਚ ਇੱਕ ਕਾਨੂੰਨ ਬਣ ਗਿਆ ਸੀ ਵੀ ਤੁਸੀਂ ਹਰ ਹਾਲਤ ਵਿੱਚ FIR ਦਰਜ ਕਰਨ ਤੋਂ ਨਾ ਨਹੀਂ ਕਰ ਸਕਦੇ ਹੈਗੇ ਜੀ। ਪੁਲਿਸ ਜੇ ਮੰਨ ਲਓ ਕਿ ਤੁਸੀਂ ਵੀ ਜਾਓਗੇ ਪੁਲਿਸ ਦੇ ਕੋਲ ਤਾਂ ਪੁਲਿਸ ਨੂੰ FIR ਦਰਜ ਕਰਨੀ ਪਊਗੀ ਜੀ। ਇਹ 2013 ਦੀ ਜਿਹੜੀ ਮਨਮੋਹਨ ਸਿੰਘ ਸਰਕਾਰ ਸੀ ਉਦੋਂ ਉਹਨਾਂ ਨੇ ਇਹਦੇ ਉੱਤੇ ਮੋਹਰ ਲਾ ਦਿੱਤੀ ਸੀਗੀ ਤੇ ਇਹ ਬਕਾਇਦਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਵੀ ਸੀਗੀਆਂ, ਜਿਹਦੇ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਨੇ ਉਸ ਆਧਾਰ ਦੇ ਉੱਤੇ ਕਿਹਾ ਤੇ ਉਹ ਕਹਿਣਾ ਹੀ ਸੀਗਾ। ਤੇ ਬਾਕੀ ਇਹ ਕਿ ਅੱਗੇ ਵਾਲੀ ਕਾਰਵਾਈ ਉਦੋਂ ਹੁੰਦੀ ਹੈ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਪਟੀਸ਼ਨ ਵਗੈਰਾ ਪਊਗੀ, ਸ਼ਾਇਦ ਉਦੋਂ ਜਿਹੜਾ ਉਹ ਬੋਲ ਸਕਦਾ। ਬਾਕੀ ਇੱਕ ਚੀਜ਼ ਧਿਆਨ 'ਚ ਰੱਖੋ, ਜਿਵੇਂ ਸਾਡੇ ਮੁਲਕ ਦੇ ਵੱਖ-ਵੱਖ ਵਿਧਾਨ ਪਾਲਿਕਾ, ਕਾਰਜਪਾਲਿਕਾ ਦੇ ਵਿੱਚ ਦੇ ਕਰੈਕਟਰ ਲੂਜ਼ ਹੋ ਰਿਹਾ, ਨਿਆਂਪਾਲਿਕਾ ਵੀ ਉਹਦੇ ਤੋਂ ਬਚੀ ਨਹੀਂ ਹੋਈ ਜੀ। ਇੱਕ ਕਾਲ ਆਪਾਂ ਨੂੰ ਆ ਰਹੀ ਹੈ ਜੀ, ਜਾਂਦੇ ਜਾਂਦੇ ਕਾਲ ਵੀ ਸਾਂਝੀ ਕਰ ਲਈਏ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਬਰਾੜ ਸਾਹਿਬ ਦੇ ਨਾਲ ਲਾ ਲਿਆ ਕਰੋ ਕਿ ਹਰਦੀਪ ਸਿੰਘ ਨਾਂ ਲੈਂਦੇ ਹੋ, ਦੂਜਾ ਸ਼ਿਵਿੰਦਰ ਸਿੰਘ ਜੀ। ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੀਆਂ ਖਬਰਾਂ ਵਾਕਈ ਬਹੁਤ ਡੂੰਘੀਆਂ ਖਬਰਾਂ ਜਿਹੜੀਆਂ ਲੈ ਕੇ ਆਉਂਦੇ ਸ਼ਿਵਿੰਦਰ ਸਿੰਘ ਹੋਣੀ, ਇਹਨਾਂ ਨੂੰ ਸੁਣਦੇ ਰਹਿੰਦੇ ਅਸੀਂ ਦੂਜੇ ਚੈਨਲ ਤੇ ਵੀ। ਤੇ ਉਹ ਜਿਹੜਾ ਸ਼ਿਵਿੰਦਰ ਸਿੰਘ ਕਹਿੰਦੇ ਹੋ ਨਾ, ਉਹ ਸਿੰਘ ਬਚਾ ਹੀ ਲਓ, ਉਹਨੂੰ ਬ੍ਰਿਜ ਕਹਿ ਕੇ ਸਾਰ ਲਓ ਕਿਉਂਕਿ ਲੋਕਾਂ ਨੂੰ ਸ਼ੱਕ ਪੈ ਜਾਂਦੀ ਹੈ ਜੀ। ਜੀ ਬਿਲਕੁਲ, ਇਹ ਮੰਨ ਲਿਓ। ਬਿਲਕੁਲ ਜੀ, ਗੁਸਤਾਖੀ ਮਾਫ, ਬਹੁਤ ਬਹੁਤ ਧੰਨਵਾਦ ਜੀ। ਨਹੀਂ, ਕੋਈ ਗੁਸਤਾਖੀ ਨਹੀਂ ਜੀ, ਇਹ ਤਾਂ ਰੇਡੀਓ ਆਪਣਾ ਹੈ, ਕਿਸੇ ਦਾ ਨਹੀਂ ਹੈ। ਬਿਲਕੁਲ ਬਿਲਕੁਲ ਜੀ, ਤੁਹਾਡੀ ਜੋ ਪਾਰਖੂ ਨਜ਼ਰ ਹੈਗੀ ਆ, ਉਹਨੂੰ ਕੁਝ ਲੱਗਿਆ ਕਿ ਇਹਦੇ ਵਿੱਚ ਇਹ ਬਦਲਾਅ ਹੋਣਾ ਚਾਹੀਦਾ, ਬਿਲਕੁਲ ਅਸੀਂ ਉਸ ਨਜ਼ਰ ਨੂੰ ਤਾਕੀਦ ਕਰਦੇ ਹਾਂ। ਤੇ ਬਿਲਕੁਲ ਤੁਸੀਂ ਸਾਡੇ ਆਪਣੇ ਹੋ। ਪਿੱਛੇ ਸਿੰਘ ਲੱਗ ਜਾਂਦਾ, ਉਹ ਕੋਈ ਸ਼ੱਕ ਪੈ ਜਾਂਦੀ ਹੈ ਹੋਰ ਲੋਕਾਂ ਨੂੰ, ਸ਼ਾਇਦ ਇਹ ਸਿੱਖਾਂ ਚੋਂ ਹੀ ਹੋਣਾ ਕੋਈ, ਇਸ ਵਾਸਤੇ ਇਹਨੂੰ ਬ੍ਰਿਜ ਭੂਸ਼ਣੀ ਕਹੀ ਜਾਓ ਜੀ। ਜੀ 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 ਸ਼ਿਵਿੰਦਰ ਜੀ, ਜਿਹੜਾ
ਬਿਲਕੁਲ ਸਾਨੂੰ ਜਦੋਂ ਵਿਦੇਸ਼ਾਂ ਤੋਂ ਕੋਈ ਕਾਲ ਆਉਂਦੀ ਆ ਤਾਂ ਉਹ ਵੀ ਜਿਹੜਾ ਹੈਗਾ ਮਨ ਦੇ ਵਲਵਲੇ ਜਿਹੜੇ ਆ ਆਪਣੇ ਨਾਲ ਸਾਂਝੇ ਕਰ ਲੈਂਦੇ ਨੇ ਤੇ ਦਲਵੀਰ ਸਿੰਘ ਬਰਾੜ ਬਿਲਕੁਲ ਉਹਨਾਂ ਦੀ ਗੱਲ ਨੂੰ ਤਾਕੀਦ ਕਰਦਾ ਕਿ ਬਿਲਕੁਲ ਨਾਲ ਰਵਾਂਗੇ। ਸ਼ਿਵਿੰਦਰ ਜੀ ਵੀ ਨਾਲ ਰਹਿਣਗੇ। ਸ਼ਿਵਿੰਦਰ ਜੀ, ਜਿਵੇਂ ਦੇਖੋ ਤੁਸੀਂ 7 ਸਮੁੰਦਰ ਪਾਰ ਅਮਰੀਕਾ ਦੀ ਧਰਤੀ ਤੋਂ ਕਾਲ ਆਈ ਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਪਾਂ ਨੂੰ ਸਾਰੇ ਸੁਣਦੇ ਆ, ਦੇਖਦੇ ਆ, ਕੱਲੀ ਗੱਲ ਜਿਹੜੀ ਆ ਨੈੱਟ ਦੇ ਜ਼ਰੀਏ ਉੱਥੇ ਪਹੁੰਚ ਜਾਂਦੀ ਆ। ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਇਹ 2 ਜਿਹੜੀਆਂ ਕਾਰਵਾਈਆਂ ਹੋਈਆਂ ਨੇ ਕੱਲ੍ਹ, ਭਾਵੇਂ ਉਹ ਨਵੀਂ ਸੰਸਦ ਭਵਨ ਆ ਤੇ ਭਾਵੇਂ ਉਸੇ ਹੀ ਦਿਨ ਪਹਿਲਵਾਨਾਂ ਦੇ ਉੱਤੇ ਦਿੱਲੀ ਸਰਕਾਰ ਦਾ ਡੰਡਾ, ਵਿਦੇਸ਼ਾਂ ਦੇ ਵਿੱਚ ਕਿਹੋ ਜਿਹੀ ਸ਼ਾਖ ਜਿਹੜੀ ਹੈਗੀ ਹੈ ਉਹ ਇਹਨਾਂ ਘਟਨਾਵਾਂ ਦੇ ਬਾਅਦ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਇਹ ਪ੍ਰਭਾਵ ਪਏਗਾ? ਦੇਖੋ, ਇੱਕ ਤਾਂ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਵਿਦੇਸ਼ਾਂ ਦਾ ਮੀਡੀਆ, ਜੇ ਆਪਾਂ ਦੇਖੀ ਮੇਨ ਸਟ੍ਰੀਮ ਮੀਡੀਆ, ਉਹਨੇ ਤਾਂ ਇਹਨੂੰ ਕਾਫੀ ਦਿਨਾਂ ਦਾ, ਮਤਲਬ ਅੱਜ ਦਾ ਹੀ ਨਹੀਂ ਬਲਕਿ ਪਹਿਲਵਾਨਾਂ ਵਾਲੇ ਮਾਮਲੇ ਉੱਤੇ ਕੁਛ ਕੁ ਮੀਡੀਆ ਗਰੁੱਪ ਨੇ ਇਸ ਮੁੱਦੇ ਨੂੰ ਚੁੱਕਿਆ ਵੀ ਕਿਵੇਂ ਹੋ ਰਿਹਾ। ਵੱਡੀ ਗੱਲ ਇਹ ਹੈਗੀ ਹੈ ਕਿ ਆਏ ਦਿਨ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਚਾਹੇ ਅਮਰੀਕਾ ਦੀਆਂ ਖੋਜੀ ਸੰਸਥਾਵਾਂ ਵੱਲੋਂ ਆ ਰਹੀਆਂ, ਚਾਹੇ ਵਿਦਆਊਟ ਬਾਰਡਰ ਵੱਲੋਂ ਮੀਡੀਆ ਦੇ ਮਤਲਬ ਲਗਾ ਰਹੀਆਂ, ਉਹ ਸਾਰੀਆਂ ਇੱਕ ਚੀਜ਼ ਤਾਂ ਸਾਫ਼ ਕਹਿੰਦੀਆਂ ਨੇ ਨਾ ਵੀ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ, ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ, ਵਿਚਾਰਾਂ ਦੇ ਪ੍ਰਗਟਾਵੇ ਦੇ ਮਾਮਲੇ ਵਿੱਚ, ਖੁਸ਼ਹਾਲੀ ਦੇ ਸੈਂਸੈਕਸ ਦੇ ਵਿੱਚ, ਇਸੇ ਢੰਗ ਦੇ ਨਾਲ ਹੀ ਆਰਥਿਕ ਪਾੜੇ ਦੇ ਮਾਮਲੇ ਵਿੱਚ, ਇਹ ਸਾਰਿਆਂ ਦੇ ਵਿੱਚ ਭਾਰਤ ਬੁਰੀ ਤਰ੍ਹਾਂ ਥੱਲੇ ਜਾ ਰਿਹਾ ਹੈਗਾ। ਹੁਣ ਜਿਹੜੀ ਇਹ ਬੋਲਣ ਦੀ ਆਜ਼ਾਦੀ ਜਾਂ ਮੀਡੀਆ ਦੀ ਆਜ਼ਾਦੀ ਵਿੱਚ ਸਾਡਾ ਹਾਲ ਇਹ ਹੈ ਕਿ ਜਿਹੜੇ ਪਾਕਿਸਤਾਨ ਨੂੰ ਅਸੀਂ ਆਏ ਦਿਨ ਕੋਸਦੇ ਹਾਂ ਵੀ ਪਾਕਿਸਤਾਨ ਐਂ ਹੋ ਗਿਆ ਜੀ, ਪਾਕਿਸਤਾਨ ਵਿੱਚ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਪਾਕਿਸਤਾਨ 150ਵੇਂ ਨੰਬਰ ਤੇ ਆ, ਸਾਡਾ ਭਾਰਤ ਮਹਾਨ 161ਵੇਂ ਨੰਬਰ ਤੇ ਆ ਜੀ। ਬੜੀ ਤਰਾਸਦੀ ਆ, ਨਮੋਸ਼ੀ ਜਿਹੜੀ ਹੈਗੀ ਆ ਉਹ ਵਾਲੀ ਖਬਰ ਆ ਜਿਹੜੀ ਤੁਸੀਂ ਦੱਸ ਰਹੇ ਹੋ ਅੰਕੜੇ। ਬਿਲਕੁਲ ਸ਼ਿਵਿੰਦਰ ਜੀ, ਤੁਸੀਂ ਅੱਜ ਦੀਆਂ ਚਰਚਿਤ ਖਬਰਾਂ 'ਤੇ ਨਜ਼ਰਸਾਨੀ ਕੀਤੀ, ਟਿੱਕਾ ਟਿੱਪਣੀ ਕੀਤੀ, ਵਿਚਾਰ ਚਰਚਾ ਨਾਲ ਸਾਡੇ ਨਾਲ ਰਹੇ। ਤੁਹਾਡਾ ਰੇਡੀਓ ਪੰਜਾਬ ਟੂਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਇਹ ਸਨ ਸੀਨੀਅਰ ਪੱਤਰਕਾਰ ਸ਼ਿਵਿੰਦਰ ਸਿੰਘ ਜੀ। ਤੇ ਹੁਣ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਰਹਿਣਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ, ਮਰਦਾਂ, ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ